ਕਿਵੇਂ ਚੱਲਦਾ ਹੈ ਜੀਵਨ ਦਾ ਚੱਕਰ? ਕੌਣ ਕਰਦਾ ਹੈ ਅਰਥਚਾਰੇ ਤੇ ਕੰਟਰੋਲ? ਕੀ ਧਨ ਹੀ ਹੈ ਜੀਵਨ ਦਾ ਧੁਰਾ? ਕਿਵੇਂ ਬਣਦੇ ਨੇ ਅਮੀਰ? ਕੋਈ ਕਿਉਂ ਰਹਿ ਜਾਂਦਾ ਹੈ ਗਰੀਬ? ਕੌਣ ਹੈ ਇਕਨੋਮੀ ਦਾ ਸਰਦਾਰ? ਕੌਣ ਬਣਾਉਂਦਾ ਹੈ ਹਥਿਆਰ? ਕਿਵੇਂ ਫੈਲਿਆ ਕਾਰਪੋਰੇਟ ਦਾ ਜਾਲ? ਤੇ ਕਿਵੇਂ ਚੱਲਦਾ ਹੈ ਸੰਸਾਰ? ਅਨੇਕਾਂ ਨੇ ਸਵਾਲ। ਟੀਵੀ ਪੰਜਾਬੀ ਦੁਨੀਆ ਲੈ ਕੇ ਆਉਂਦਾ ਹੈ ਹਰ ਸਵਾਲ ਦਾ ਜਵਾਬ। ਆਰਥਿਕ ਮੁੱਦਿਆਂ ਦੀਆਂ ਪਰਤ ਦਰ ਪਰਤ ਤਿਹਾ ਫਰੋਲਦਾ ਪ੍ਰੋਗਰਾਮ ਅਰਥ ਸ਼ਾਸਤਰ, ਇੱਕ ਗੁੱਜਾ ਰਹੱਸ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ। ਅਸੀਂ ਆਪਣਾ ਹਫਤਾਵਾਰੀ ਪ੍ਰੋਗਰਾਮ ਅਰਥ ਸ਼ਾਸਤਰ ਇੱਕ ਗੁੱਜਾ ਰਹੱਸ ਲੈ ਕੇ ਤੁਹਾਡੀ ਸੇਵਾ 'ਚ ਹੋ ਗਏ ਜੀ ਹਾਜ਼ਰ। ਹਰ ਹਫਤੇ ਦੀ ਤਰ੍ਹਾਂ ਮੇਰੇ ਨਾਲ ਸਾਡੇ ਵਿਸ਼ੇਸ਼ ਤੌਰ 'ਤੇ ਆਰਥਿਕ ਮੁੱਦਿਆਂ ਨੂੰ ਤਹਿਾਂ ਫਰੋਲਦੇ ਨਿਰਮਲ ਢੀਂਡਸਾ ਜੀ ਮੇਰੇ ਨਾਲ ਨੇ। ਔਰ ਤੁਹਾਡਾ ਸਭ ਦਾ ਅਸੀਂ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ ਸਵਾਗਤ। ਤੁਸੀਂ ਸਾਨੂੰ ਭਰਵਾਂ ਹੁੰਗਾਰਾ ਦਿੰਦੇ ਹੋ, ਇਸ ਪ੍ਰੋਗਰਾਮ ਦੇ ਤੁਸੀਂ ਪਸੰਦ ਕਰਦੇ ਹੋ। ਬਹੁਤ ਸਾਰੇ ਤੁਹਾਡੀ ਫੀਡਬੈਕ ਜਿਹੜੀ ਹੈ ਸਾਡੇ ਤੱਕ ਪਹੁੰਚਦੀ ਆ ਕਿ ਅਰਥ ਸ਼ਾਸਤਰ ਨੂੰ ਲੈ ਕੇ ਜਿਹੜੀਆਂ ਗੱਲਾਂ ਬਾਤਾਂ ਅਸੀਂ ਕਰਦੇ ਹਾਂ ਉਹ ਸਹੀ ਦਿਸ਼ਾ ਵੱਲ ਇੱਕ ਕਦਮ ਹੁੰਦਾ। ਉਹ ਤੋਂ ਸਾਨੂੰ ਬਹੁਤ ਸਾਰੀ ਨਵੀਂ ਚੀਜ਼ ਜਿਹੜੀ ਆ ਉਹ ਮਿਲਦੀ ਆ। ਸੋ ਅਸੀਂ ਧੰਨਵਾਦੀ ਹਾਂ ਪਹਿਲਾਂ ਤਾਂ ਨਿਰਮਲ ਢੀਂਡਸਾ ਦੇ ਕਿ ਉਹ ਹਰ ਹਫਤੇ ਸਮਾਂ ਕੱਢ ਕੇ ਔਰ ਜਿਹੜੀਆਂ ਤਾਜ਼ਾ ਤਰੀਨ ਸਥਿਤੀ ਹੁੰਦੀ ਆ ਦੁਨੀਆ ਭਰ ਵਿੱਚ ਅਰਥਚਾਰੇ ਨੂੰ ਲੈ ਕੇ ਉਹਦੇ 'ਤੇ ਸਾਨੂੰ ਜਾਣਕਾਰੀ ਦੇ ਕੇ ਜਾਂਦੇ ਆ। ਸਭ ਤੋਂ ਪਹਿਲਾਂ ਤਾਂ ਢੀਂਡਸਾ ਸਾਹਿਬ ਤੁਹਾਡਾ ਸਵਾਗਤ ਜੀ ਆਇਆਂ। ਮਿਹਰਬਾਨੀ ਜਨਾਬ, ਥੈਂਕ ਯੂ ਸਰ ਸੋ ਮਚ। ਬਹੁਤ ਵਧੀਆ ਢੀਂਡਸਾ ਸਾਹਿਬ ਸਾਨੂੰ ਰਿਸਪੌਂਸ ਮਿਲਦਾ ਆਪਣੇ ਇਸ ਪ੍ਰੋਗਰਾਮ ਦਾ। ਸ਼ੁਰੂਆਤ 'ਚ ਮੈਂ ਗੱਲ ਕਰਨਾ ਕਿਉਂਕਿ ਅਰਥਚਾਰੇ ਨਾਲ ਜਿਹੜੇ ਗੰਭੀਰ ਮੁੱਦੇ ਹੁੰਦੇ ਆ ਸਾਡੇ ਪ੍ਰੋਗਰਾਮ ਜਿੰਨੇ ਵੀ ਚੱਲਦੇ ਆ ਅਸੀਂ ਲਗਭਗ ਜਿਹੜੇ ਗੰਭੀਰ ਮੁੱਦੇ ਆ ਉਹਨਾਂ ਦੇ ਉੱਤੇ ਹੀ ਚਰਚਾ ਕਰਦੇ ਹਾਂ। ਔਰ ਕਦੀ ਅਸੀਂ ਇੱਦਾਂ ਨਹੀਂ ਸੋਚਦੇ ਹੁੰਦੇ ਕਿ ਅਸੀਂ ਕੋਈ ਆਪਣੀ ਪਾਪੂਲੈਰਿਟੀ ਲੈਣ ਲਈ ਕੋਈ ਇਸ ਤਰ੍ਹਾਂ ਦੇ ਮੁੱਦੇ ਛੇੜੀਏ ਜਿਹਦੇ ਨਾਲ ਸਮਾਜ ਨੂੰ ਕੋਈ ਭਲਾ ਨਾ ਹੋਵੇ ਅਤੇ ਸਾਨੂੰ ਉਹਦੇ ਕੁਝ ਕਮੈਂਟ ਆ ਜਾਣ। ਕਦੀ ਇੱਦਾਂ ਨਹੀਂ ਸੋਚਿਆ। ਆਪਾਂ ਹਮੇਸ਼ਾ ਸੋਚਦੇ ਹਾਂ ਸਮੁੱਚੀ ਟੀਮ ਜਿੱਦਾਂ ਸਾਡੀ ਦਾ ਸਾਨੂੰ ਗਾਈਡਲਾਈਨ ਹੈ ਕਿ ਅਸੀਂ ਗੰਭੀਰ ਕੰਮ ਕਰਨਾ ਭਾਵੇਂ ਉਹ ਥੋੜ੍ਹੇ ਲੋਕਾਂ ਤੱਕ ਜਾਵੇ ਪਰ ਜਾਵੇ ਠੀਕ ਤਰੀਕੇ ਨਾਲ। ਬਿਲਕੁਲ ਜੀ, ਐਪਰੀਸ਼ੀਏਟ ਕਰਦੇ ਹਾਂ। ਮੇਰੇ ਖਿਆਲ ਸਾਡੀ ਕਮਿਊਨਿਟੀ ਨੂੰ ਇੱਦਾਂ ਦੇ ਪ੍ਰੋਗਰਾਮਾਂ ਦੀ ਲੋੜ ਹੈ ਐਂਡ ਇਟਸ ਵੈਰੀ ਲਰਨਿੰਗ ਪ੍ਰੋਗਰਾਮ। ਇਟਸ ਗੈਟਿੰਗ ਵੈਰੀ ਪੋਪੂਲਰ। ਜਿੱਥੇ ਲੋਕੀ ਬੜਾ ਪਸੰਦ ਕਰਦੇ ਆ ਐਂਡ ਐਂਡ ਆਫ ਏ ਡੇ ਆਈ ਲਾਈਕ ਟੂ ਸੇ ਯੂ ਕੀਪ ਇਟ ਅਪ ਜੀ। ਅੱਛਾ ਢੀਂਡਸਾ ਸਾਹਿਬ, ਸਭ ਤੋਂ ਪਹਿਲਾਂ ਜਿਹੜਾ ਸਵਾਲ ਮੈਂ ਤੁਹਾਡੇ ਨਾਲ ਅੱਜ ਕਰਨਾ ਚਾਹੁੰਦਾ, ਸਵਾਲ ਨਹੀਂ ਹੈ ਉਹ ਇੱਕ ਜਿਗਿਆਸਾ ਹੈ ਕਿ ਨਵੀਂ ਕੈਬਨਿਟ ਬਣ ਜਾ ਰਹੀ ਹੈ। ਟਰੂਡੋ ਹੋਰਾਂ ਨੇ ਐਲਾਨ ਕਰ ਦਿੱਤਾ ਡੇਟ। ਅਤੇ ਕਿਸ ਤਰ੍ਹਾਂ ਦੀ ਕੈਬਨਿਟ ਆਪਾਂ ਦੇਖ ਰਹੇ ਹਾਂ ਕਿ ਜਿਹੜੀ ਪਿਛਲੀ ਸਰਕਾਰ ਟਰੂਡੋ ਸਾਹਿਬ ਦੀ ਘੱਟ ਗਿਣਤੀ ਸੀ ਹੁਣ ਵੀ ਘੱਟ ਗਿਣਤੀ ਸਰਕਾਰ ਬਣੀ ਆ ਅਤੇ ਉਹਦੇ 'ਚ ਕਿੱਦਾਂ ਦੀਆਂ ਸੰਭਾਵਨਾਵਾਂ ਨੇ? ਕਿਹੜੇ ਨਵੇਂ ਚਿਹਰੇ ਆ ਸਕਦੇ ਆ, ਕਿਹੜੇ ਡਰੋਪ ਕੀਤੇ ਜਾ ਸਕਦੇ ਆ? ਔਰ ਖਾਸ ਕਰਕੇ ਕਿਉਂਕਿ ਟਰੂਡੋ ਸਾਹਿਬ ਕਹਿੰਦੇ ਆ ਕਿ ਮੈਂ ਫੈਮਿਨਿਸਟ ਹਾਂ, ਔਰਤਾਂ ਨੂੰ ਬਰਾਬਰ ਦੇ ਅਧਿਕਾਰਾਂ ਦੀ ਗੱਲ ਕਰਦੇ ਆ ਅਤੇ ਉਹਨਾਂ ਨਾਲ ਜਿਹੜੀਆਂ ਕੁਝ ਸਟਰੋਂਗ ਲੇਡੀ ਸੀ ਐਤਕੀ ਇਲੈਕਸ਼ਨਾਂ ਹਾਰ ਗਈਆਂ। ਅਤੇ ਕਿਸ ਤਰ੍ਹਾਂ ਦਾ ਮਾਹੌਲ ਬਣ ਰਿਹਾ ਹੈ? ਅਤੇ ਮੈਂ ਨਾਲ ਹੀ ਪੁੱਛ ਲਾਂ ਕਿ ਕੀ ਆਪਣੇ ਭਾਈਚਾਰੇ 'ਚੋਂ ਕਿਸੇ ਵੂਮਨ ਲੀਡਰ ਨੂੰ ਚਾਂਸ ਲੱਗ ਸਕਦਾ? ਦੇਖੋ, ਪਹਿਲਾਂ ਤਾਂ ਇਹ ਪਾਰਲੀਮੈਂਟ 63 ਦਿਨ ਹੋ ਗਏ। 63 ਦਿਨ ਤੋਂ ਬਾਅਦ ਪਹਿਲੀ ਦਫਾ ਇਹ ਪਾਰਲੀਮੈਂਟ 22 ਨਵੰਬਰ ਨੂੰ ਕਾਲ ਕੀਤੀ ਹੈ ਪ੍ਰਾਈਮ ਮਿਨਿਸਟਰ ਨੇ ਐਂਡ 26 ਅਕਤੂਬਰ ਨੂੰ ਕੈਬਨਿਟ ਬਣਾਉਣੀ ਆ, ਕੈਬਨਿਟ ਅਨਾਉਂਸ ਕਰਨੀ ਆ। ਉਹਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਐਂਡ ਕਿਹਨੂੰ ਕਿਹੜਾ ਕਿਸੇ ਨੂੰ ਮਹਿਕਮਾ ਮਿਲੂ। ਸੋ ਫਾਰ ਅਪ ਟੂ ਨਾਓ ਟੂਡੇ ਅੱਜ ਤੱਕ ਸਿਰਫ ਇੱਕੋ ਇੱਕ ਜਿਹੜੀ ਕੈਬਨਿਟ ਮਿਨਿਸਟਰ ਫਰੀਲੈਂਡ ਉਹਨੂੰ ਡਿਪਟੀ ਮਿਨਿਸਟਰ ਦੇ ਤੌਰ 'ਤੇ ਪਬਲਿਕਲੀ ਟਰੂਡੋ ਨੇ ਕਹਿ ਦਿੱਤਾ she will be a deputy minister, she will be a finance minister, I think she will be all round and ਜਿਹੜੀ ਕੰਪੋਜੀਸ਼ਨ ਆਫ ਦੀ ਪਾਰਲੀਮੈਂਟ ਜਿਹੜੀ ਆ ਤੁਸੀਂ ਬੜਾ ਇੰਪੋਰਟੈਂਟ ਕੁਐਸਚਨ ਕੀਤਾ ਕਿ ਟਰੂਡੋ ਨੇ ਕਿਹਾ ਸੀ ਕਿ ਕਹਿੰਦਾ ਸੀ ਮੈਂ ਫੈਮਿਨਿਸਟ ਹਾਂ and there gonna be gender equality means 50% woman 50% man will be in my cabinet। ਪਿਛਲੀ ਕੈਬਨਿਟ ਦੇ ਵਿੱਚ ਸੀ ਪਰ ਪਿਛਲੀ ਕੈਬਨਿਟ ਦੇ ਵਿੱਚੋਂ 4 ਵੂਮਨ ਜੋ ਵਾਰ ਵੈਰੀ ਇਫੈਕਟਿਵ ਜਿਹੜੀਆਂ ਕੈਬਨਿਟ ਮਿਨਿਸਟਰ ਸੀ ਉਹ ਦੇ ਇੱਕ ਨੇ ਤਾਂ ਇਲੈਕਸ਼ਨ ਨਹੀਂ ਲੜੀ। ਮਕੈਨਾ ਨੇ ਜਿਹੜੀ ਇਨੋਵੇਸ਼ਨ ਦੀ ਮਿਨਿਸਟਰ ਸੀ ਸ਼ੀ ਵਾਜ਼ ਵੈਰੀ ਕੁਆਲੀਫਾਈਡ। ਪਹਿਲਾਂ ਉਹ ਇਨਵਾਇਰਨਮੈਂਟ ਦੀ ਸੀ। 3 ਹੋਰ ਮਿਨਿਸਟਰੀਆਂ ਦੇ ਲੋਸ ਸੀ ਇਲੈਕਸ਼ਨ ਐਂਡ ਜਿਹੜੀ ਪਿਛਲੀ ਇਲੈਕਸ਼ਨ ਸੀ ਇਹਦੇ 'ਚ 38% ਗਿੱਲ ਸਾਹਿਬ ਵੂਮਨ ਖੜੀਆਂ ਸੀ ਐਂਡ 68% ਮੈਨ ਇਲੈਕਸ਼ਨਾਂ ਨੇ ਲੜੀ। ਔਰ ਇਲੈਕਸ਼ਨਾਂ ਦਾ ਜਦੋਂ ਰਿਜ਼ਲਟ ਆਇਆ ਐਜ਼ ਏ ਰਿਜ਼ਲਟ 30% ਵੂਮਨ MPs ਇਲੈਕਟ ਹੋਏ ਐਂਡ 70% ਮੈਨ ਇਲੈਕਟ ਹੋਏ। ਹੁਣ ਜਿਹੜਾ ਇਹੀ ਜਿਹੜੀ ਰੇਸ਼ੋ ਆ ਮੇਰੇ ਖਿਆਲ ਸੇਮ ਰੇਸ਼ੋ 30% ਦੀ ਬਣਦੀ ਹੈ ਲਿਬਰਲ ਪਾਰਟੀ ਦੇ ਵਿੱਚ ਵੀ। ਉਹਦੇ 'ਚ ਹੁਣ ਇਹ ਦੇਖਣ ਦੀ ਲੋੜ ਹੈ ਵੀ ਵਿਲ ਵੇਟ ਐਂਡ ਸੀ
26 ਤਰੀਕ ਨੂੰ ਕਿ ਕਿਹਨੂੰ ਮਿਨਿਸਟਰੀ ਮਿਲਦੀ ਆ। ਕਈ ਦਫਾ ਇਕੁਐਲਿਟੀ ਨੂੰ ਉਹਨੂੰ ਮੇਨਟੇਨ ਕਰਨ ਲਈ ਜਿਨ੍ਹਾਂ ਨੇ ਕਦੀ ਸੋਚਿਆ ਹੀ ਨਹੀਂ ਸੀ ਵੀ ਸਾਡਾ ਵੀ ਨੰਬਰ ਲੱਗ ਜਾਊ। ਨੰਬਰ ਤਾਂ ਹੁਣ ਸਾਰੇ ਹੀ ਲਾਉਣਾ ਚਾਹੁੰਦੇ ਆ, ਸ਼ਾਇਦ ਲੱਗ ਜਾਏ। ਮੈਨੂੰ ਲੱਗਦਾ ਵੀ ਟਰੂਡੋ ਨੂੰ ਜੇ 50% ਨਹੀਂ ਤਾਂ ਘੱਟੋ ਘੱਟ ਮੇਰਾ 40% ਤਾਂ ਉਹ ਰੱਖਣੀ ਪਊਗੀ ਵੂਮਨ। ਐਂਡ ਆਲਸੋ ਟਰੂਡੋ ਨੇ ਵੈਰੀ ਇੰਪੋਰਟੈਂਟ ਜਿਹੜਾ ਪੋਰਟਫੋਲੀਓ ਸੀ ਆਲਰੇਡੀ ਹੀ ਐਲੋਕੇਟਡ ਟੂ ਫ੍ਰੀਲੈਂਡ as a finance finance. and deputy prime minister also. She is deputy prime minister. And ਇੱਦਾਂ ਲੱਗਦਾ ਪਤਾ ਨਹੀਂ ਤੁਸੀਂ ਇੱਥੇ ਸੀਗੇ ਕਿ ਨਹੀਂ ਜਦੋਂ ਕਰੈਚੀਆਂ ਹੁੰਦਾ ਸੀ, ਕਰੈਚੀਆਂ ਦੇ ਨਾਲ ਪੌਲ ਮਾਰਟਨ ਹੁੰਦਾ ਸੀ। ਪੌਲ ਮਾਰਟਨ ਕਰੈਚੀਆਂ ਜਿਹੜੀ ਟਰੂਡੋ ਦੀ ਸਿਚੁਏਸ਼ਨ ਇੱਦਾਂ ਦੀ ਬਣਦੀ ਜਾ ਰਹੀ ਹੈ ਜਿੱਦਾਂ ਕਰੈਚੀਆਂ ਦੀ ਸੀ ਪੌਲ ਮਾਰਟਨ ਵੇਲੇ। ਪੌਲ ਮਾਰਟਨ ਵਾਸ ਗੈਟਿੰਗ ਪ੍ਰਮੋਟਡ, ਪੌਲ ਮਾਰਟਨ ਵਾਸ a finance minister. Paul Martin under the table, he was just getting ready for the next leader. ਇੱਦਾਂ I don't know, Freeland is grooming, ਇਹਨੂੰ groom ਕਰ ਰਹੇ ਆ ਜਾਂ Freeland gonna be ready for the to be a leader of the Liberal Party, next Liberal Party, ਕਿਉਂਕਿ ਟਰੂਡੋ ਦੇ ਉੱਤੇ ਬਹੁਤ ਪ੍ਰੈਸ਼ਰ ਪੈ ਰਿਹਾ ਕਿਉਂਕਿ ਇਹਨੇ ਜਿਹੜੀ ਇਲੈਕਸ਼ਨ ਕਾਲ ਕੀਤੀ ਆ $610 ਮਿਲੀਅਨ ਦੀ ਜਿਹੜੀ ਕਾਸਟ ਹੈ ਟੈਕਸ ਪੇਅਰਸ ਨੂੰ ਅਨਨੈਸੈਸਰਲੀ ਇਲੈਕਸ਼ਨ ਕਰਾਈ। ਔਰ ਉਹ ਇਲੈਕਸ਼ਨ ਦਾ ਜਿਹੜਾ ਰਿਜ਼ਲਟ ਆਇਆ ਉਹ ਉਹੀ ਰਿਜ਼ਲਟ ਆਇਆ ਜੋ ਇਲੈਕਸ਼ਨ ਤੋਂ ਪਹਿਲਾਂ ਸੀ। ਸੇਮ ਮੋਰਲੈਸ ਸੇਮ ਪਾਰਲੀਮੈਂਟ ਜਿੱਦਾਂ ਹੁਣ ਅੱਜ ਦੀ ਪਾਰਲੀਮੈਂਟ 'ਚ 160 ਲਿਬਰਲ ਹੈ, 119 ਕੰਜ਼ਰਵੇਟਿਵ ਐਂਡ 25 NDP ਇੱਕ ਸੀਟ 'ਚ ਵਾਧਾ ਹੋਇਆ। ਜਿਹੜੇ ਬਲਾਕ ਕਿਊਬਕ ਸੀ 32 ਦੇ ਲੋਸਟ 2 ਸੀਟਸ, ਗ੍ਰੀਨ ਦੇ ਲੋਸਟ 1 ਸੀਟ, 2 ਸੀਟਸ। ਸੋ ਇਹ ਹੈ ਜੀ ਪਾਰਲੀਮੈਂਟ ਦਾ। ਦੇਰ ਇਜ਼ ਅ ਲੋਟ ਆਫ ਚੈਲੰਜਿਸ ਕਿਉਂਕਿ ਜਿਹੜੀ ਇਸ ਵੇਲੇ ਸਿਚੁਏਸ਼ਨ ਹੈ ਜੋ ਪਹਿਲਾਂ ਤਾਂ ਉਹਨਾਂ ਨੇ ਜਿਹੜੇ ਵਾਅਦੇ ਕੀਤੇ ਸੀ, ਵਾਅਦੇ ਬੜੇ ਕੀਤੇ ਆ, ਵਾਅਦੇ ਉਹ ਕਿੰਨੇ ਕੁ ਉਤਰਦੇ ਆ ਕਿੱਥੋਂ, ਕਿਉਂਕਿ ਵਾਅਦੇ ਕਰਨੇ ਸੌਖੇ ਆ। ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਵਾਅਦੇ ਬੜੇ ਕੀਤੇ ਆ। ਹੁਣ ਜਿਹੜੇ ਟਰੂਡੋ ਨੇ ਕੀਤੇ ਆ ਵਾਅਦੇ ਉਹ ਕਿਹੜੇ ਬਜਟ ਵਿੱਚ, ਪਹਿਲੇ ਬਜਟ ਵਿੱਚ ਲਿਆਉਂਦੇ ਆ ਜਾਂ ਸੈਕੰਡ ਬਜਟ ਵਿੱਚ, ਪਲੱਸ ਕਿੰਨੀਆਂ ਡਿਮਾਂਡਸ ਲੈ ਕੇ ਬੜੀ ਲੰਬੀ ਲਿਸਟ ਲੈ ਕੇ NDP ਬੈਠੀ ਆ, ਇੰਨੀ ਲੰਬੀ ਲਿਸਟ ਲੈ ਕੇ ਬਲਾਕ ਕਿਊਬਕ ਬੈਠਾ। ਚਲੋ ਜਿਹੜੀ ਕੰਜ਼ਰਵੇਟਿਵ ਪਾਰਟੀ ਆ ਉਹ ਤਾਂ ਨਹੀਂ, ਉਹ ਤਾਂ ਇਹ ਕਹਿ ਰਿਹਾ ਪਏ ਅਸੀਂ ਤਾਂ ਵੀ ਗੋਨਾ ਪਲੇ ਦੀ ਅਪੋਜੀਸ਼ਨ ਰੋਲ। ਸੋ ਇਹ ਹੈ ਜੀ ਸਿਚੁਏਸ਼ਨ ਐਂਡ ਵੀ ਵਿਲ ਵੇਟ ਫਾਰ ਦੈਮ। ਅਤੇ ਇਹ ਤੋਂ ਬਾਅਦ ਜਦੋਂ ਉਹਦੀ ਕੈਬਨਿਟ ਬਣ ਗਈ ਦੈਨ ਵੀ ਵਿਲ ਸੀ, ਫਿਰ ਚੀਰ ਫਾੜ ਕਰਾਂਗੇ। ਜਦੋਂ ਪਾਰਲੀਮੈਂਟ ਕਾਲ ਕੀਤੀ ਮੇਰੇ ਖਿਆਲ ਪਹਿਲੀ ਕਰਨਗੇ ਥਰੋਨ ਸਪੀਚ ਹੋਏਗੀ, ਉਹ ਤੋਂ ਬਾਅਦ ਫਿਰ ਬਜਟ ਲਿਆਂਦਾ ਜਾਊ ਐਂਡ ਦੈਨ ਵੀ ਵਿਲ ਵੇਟ ਐਂਡ ਸੀ ਐਂਡ ਉਹਦੀ ਫਿਰ ਪੜਤਾਲ ਕਰਾਂਗੇ ਜੀ। ਅੱਛਾ, ਥਰੋਨ ਸਪੀਚ ਦਾ ਬੜਾ ਜ਼ਿਕਰ ਹੁੰਦਾ ਹੈ ਇਸ ਮੁਲਕ ਦੇ ਵਿੱਚ। ਜਿਹੜੇ ਨਵੇਂ ਆਏ ਸਾਡੇ ਕਈ ਦਰਸ਼ਕ ਹੋਣਗੇ ਜਾਂ ਕਈ ਮੇਰੇ ਅਰਗੇ ਅਣਜਾਣ ਵੀ ਆ। ਥਰੋਨ ਸਪੀਚ ਅਸਲ 'ਚ ਬੇਸਿਕਲੀ ਹੁੰਦੀ ਕੀ ਆ? ਜਿਹੜੀ ਉਹਨਾਂ ਦੀ ਮਤਲਬ ਮਾਸਟਰ ਪਲਾਨ ਹੁੰਦਾ ਸਰਕਾਰ ਚਲਾਉਣ ਦਾ, ਉਹਦੀ ਉਹਨੂੰ ਐਕਸਪਲੇਨ ਕੀਤਾ ਜਾਂਦਾ ਜਾਂ ਥਰੋਨ ਸਪੀਚ ਮਤਲਬ ਕੀ ਹੁੰਦਾ ਕਿ ਖਾਲੀ ਬਜਟ ਦੀ ਗੱਲ ਹੁੰਦੀ ਆ ਜਾਂ ਟੋਟਲ ਪਾਲਿਸੀਜ਼ ਜਿਹੜੀਆਂ ਨੇ ਉਹ ਦੱਸੀਆਂ ਜਾਂਦੀਆਂ ਉਹ 'ਚ? ਦੇਖੋ, ਥਰੋਨ ਸਪੀਚ ਜਦੋਂ ਪਾਰਲੀਮੈਂਟ ਪਹਿਲਾਂ ਓਪਨ ਹੁੰਦੀ ਹੈ, ਇਟ ਓਪਨਸ ਵਿਦ ਦੀ ਫਰੋਮ ਦੀ ਥਰੋਨ ਸਪੀਚ। ਅੱਛਾ ਜੀ। ਉਹਦੇ 'ਚ ਜਿਹੜੀ ਗੌਰਮੈਂਟ ਹੈ ਉਹ ਆਪਣੀਆਂ ਸਾਰੀਆਂ ਇੰਟੈਂਸ਼ਨਸ ਦੱਸਦੇ ਆ, ਉਹ ਆਪਣੀਆਂ ਪਾਲਿਸੀਜ਼ ਦੱਸਦੇ ਆ ਕਿ ਅਸੀਂ ਸਾਡੀਆਂ ਕੀ ਪਾਲਿਸੀਜ਼ ਹੋਣਗੀਆਂ। ਉਹ ਜਿਹੜੀ ਗਵਰਨਰ ਜਨਰਲ ਆਫ ਕੈਨੇਡਾ ਉਹ ਪਾਰਲੀਮੈਂਟ 'ਚ ਆਉਂਦੇ ਆ ਜਾਂ ਮੇਲ ਜਾਂ ਫੀਮੇਲ, ਉਹ ਆ ਕੇ ਉਹ ਸਾਰੀ ਪਾਰਲੀਮੈਂਟ ਦੇ ਸਾਰੇ ਸੈਸ਼ਨ ਇਕੱਠਾ ਹੁੰਦਾ, ਸੈਨੇਟ ਦਾ ਵੀ ਅਤੇ ਇਸ ਪਾਰਲੀਮੈਂਟ ਦਾ ਵੀ, ਮੇਰੇ ਖਿਆਲ ਸੁਪਰੀਮ ਕੋਰਟ ਦੇ ਵੀ ਉੱਥੇ ਹੁੰਦੇ ਆ। ਉਹ ਸਾਰਾ ਇੱਕ ਸੈਸ਼ਨ ਉਹਨੂੰ ਉਹ ਐਡਰੈਸ ਕਰਦੀ ਆ ਐਂਡ ਕਰਦੇ ਆ। And then they tell the policies of the government, the directions of the government कि government किधर ਨੂੰ ਜਾ ਰਹੀ ਹੈ। and then that will be followed with the budget ਪੇਸ਼ ਕੀਤਾ ਜਾਂਦਾ ਫਾਈਨਾਂਸ ਮਿਨਿਸਟਰ ਵੱਲੋਂ। ਐਂਡ ਦੈਨ ਬਜਟ ਦੇ ਉੱਤੇ ਪਹਿਲਾਂ ਤਾਂ ਜਿਹੜਾ ਗਵਰਨਰ ਜਨਰਲ ਦੀ ਹੁੰਦੀ ਹੈ ਸਪੀਚ, ਉਹਦੇ 'ਤੇ ਦੂਸਰੇ ਦਿਨ ਬਹਿਸ ਹੁੰਦੀ ਹੈ ਕਿ ਇੱਦਾਂ ਅਪੋਜੀਸ਼ਨ ਜੋ ਉਹ ਰੋਲ ਕੁਐਸਚਨ ਕਰਦੇ ਆ। ਉਹ ਤੋਂ ਬਾਅਦ ਫਿਰ ਦੈਨ ਦੈਟ ਵਿਲ ਬੀ ਫੋਲੋਡ ਵਿਦ ਦੀ, ਇਹ ਟਰਡੀਸ਼ਨ ਹੈ ਇਨ ਕੈਨੇਡਾ। ਸੂਬਿਆਂ ਦੇ ਵਿੱਚ ਵੀ ਇੱਦਾਂ ਹੁੰਦਾ ਐਂਡ ਪਾਰਲੀਮੈਂਟ ਉੱਥੇ ਓਟਵਾ ਦੇ ਵਿੱਚ ਵੀ ਇੱਦਾਂ ਹੁੰਦਾ। ਸੋ ਨਿਊ ਗਵਰਨਮੈਂਟ is coming, new government, new cabinet, new parliament, and the prime minister is the same, finance minister is the same, and then we will see all the Canadians they are waiting कि ਜਿਹੜੇ ਵਾਅਦੇ ਕੀਤੇ ਆ
which directions they will go. ਓਕੇ, ਅੱਛਾ ਢੀਂਡਸਾ ਸਾਹਿਬ, ਦੂਜਾ ਜਿਹੜਾ ਸਵਾਲ ਹੈ ਮੇਰੇ ਦਿਮਾਗ 'ਚ ਚੱਲ ਰਿਹਾ ਕਿ ਕੋਵਿਡ-19 ਜਿਹੜਾ ਵਾ ਉਹ ਅਜੇ ਤੱਕ ਆਪਾਂ ਉਹ 'ਚੋਂ ਬਾਹਰ ਨਹੀਂ ਨਿਕਲ ਸਕੇ, ਕਿਸੇ ਨਾ ਕਿਸੇ ਰੂਪ 'ਚ ਆਈ ਜਾਂਦਾ, ਔਰ ਪਿਛਲੇ ਸਾਲ ਸਵਾ ਡੇਢ ਸਾਲ ਹੀ ਹੋ ਚੱਲਿਆ ਇਸ ਚੀਜ਼ ਸ਼ੁਰੂ ਹੋਈ ਨੂੰ। ਇਹਦੇ ਬਹੁਤ ਸਾਰੇ ਇਫੈਕਟਸ ਪਏ ਨੇ ਸਾਡੇ ਸਮਾਜਿਕ ਤਾਣੇ ਬਾਣੇ ਤੇ, ਸਾਡੀਆਂ ਸਰਕਾਰਾਂ ਤੇ, ਸਾਡੀ ਇਕਨੋਮੀ ਤੇ ਖਾਸ ਕਰਕੇ, ਤੇ ਸਾਡੀ ਜਿਹੜੀ ਪਾਪੂਲੇਸ਼ਨ ਹੈ ਉਹਦੇ ਤੇ ਵੀ ਫਰਕ ਪੈ ਰਿਹਾ, ਕਿਉਂਕਿ ਪਾਪੂਲੇਸ਼ਨ ਜਿਹੜੀ ਇਹਨਾਂ ਮੁਲਕਾਂ 'ਚ ਆ ਉਹ ਪਹਿਲਾਂ ਹੀ ਜਿਹੜੀ ਆ ਉਹ ਮੀਟ ਵਿਦ ਨਹੀਂ ਸੀ ਕਰਦੀ ਰਿਕੁਆਇਰਮੈਂਟ ਦੇ ਨਾਲ, ਤੇ ਹੁਣ ਹੋਰ ਇਸ ਤਰ੍ਹਾਂ ਦੀਆਂ ਸੰਭਾਵਨਾਵਾਂ ਪੈਦਾ ਹੋ ਰਹੀਆਂ ਨੇ ਕਿ ਪਾਪੂਲੇਸ਼ਨ ਦੀ ਜਿਹੜੀ ਦਰ ਹੈ ਉਹ ਘਟ ਰਹੀ ਹੈ ਕਿਤੇ ਨਾ ਕਿਤੇ। ਇਹਦੇ ਲੌਂਗ ਟਾਈਮ ਇਫੈਕਟ ਜਿਹੜੇ ਆ ਇਹ ਤੁਸੀਂ ਕਿੱਦਾਂ ਦੇਖਦੇ ਹੋ, ਤੇ ਮੌਜੂਦਾ ਦੌਰ 'ਚ ਇਕਨੋਮੀ ਤੇ ਇਹਦੇ ਕੀ ਅਸਰ ਨੇ? ਪਹਿਲਾਂ ਤਾਂ ਜੀ ਆਪਾਂ ਦੇਖੀਏ ਜਿਹੜੀ ਜਿਹੜੀ ਪਾਪੂਲੇਸ਼ਨ ਦਾ ਪੈਂਡੇਮਿਕ ਜਦੋਂ ਆਇਆ 2019 ਚ ਕੈਨੇਡਾ ਦੀ ਜਿਹੜੀ ਪਾਪੂਲੇਸ਼ਨ ਹੈ 1.6% ਡਿਕਲਾਈਨ 1.6% ਗਰੋਥ ਸੀ, ਐਂਡ ਇਹ 2020 ਵਿੱਚ ਘਟ ਕੇ 1.4 ਰਹਿ ਗਈ, ਐਂਡ ਜਦੋਂ 2019 ਚ 3,72,038 ਬੱਚੇ ਪੈਦਾ ਹੋਏ 2019 ਚ, ਐਂਡ 2020 ਵਿੱਚ ਇਹ ਘਟ ਕੇ 3,58,604। ਅੱਛਾ, ਇਹ ਘਟੇ 3.6% ਪਾਪੂਲੇਸ਼ਨ ਘਟੀ ਹੈ, ਘੱਟ ਪੈਦਾ ਬੱਚੇ ਹੋਏ ਆ, ਰਾਈਟ, 13,434 ਬੱਚੇ ਘੱਟ ਪੈਦਾ ਹੋਏ। ਸੋ ਇਹਦੇ ਨਹੀਂ, ਇਹਨੂੰ ਤੁਸੀਂ ਕਿੱਦਾਂ ਦੇਖਦੇ ਹੋ? ਕੋਈ ਇਹ ਕਿਸਮ ਦੀ ਕੋਵਿਡ ਨਾਲ ਕੋਈ ਡਿਜ਼ੀਜ਼ ਟਾਈਪ ਹੈ ਜਾਂ ਕੋਈ ਹੋਰ ਕਾਰਨ ਹੋ ਸਕਦੇ ਆ? ਦੇਖੋ, ਜਿਹੜੇ ਕੋਵਿਡ-19 ਸੀ ਪਹਿਲਾਂ ਤਾਂ ਪ੍ਰੈਡਿਕਸ਼ਨ ਇਹ ਸੀ ਕਿ ਦੇਰ ਗੋਇੰ ਟੂ ਬੀ ਮੋਰ ਬੱਚੇ ਪੈਦਾ ਹੋਣੇ ਆ, ਪਰ ਕੋਵਿਡ-19 ਨੇ ਸਿਚੁਏਸ਼ਨ ਟੋਟਲੀ ਚੇਂਜ ਕਰਕੇ ਰੱਖ ਦਿੱਤੀ, ਕਿਉਂਕਿ ਲੋਕੀ ਵਰੀਡ ਹੋ ਗਏ। ਇੱਕ ਤਾਂ ਉਹਨਾਂ ਨੇ ਕਿਹਾ ਵੀ ਸਾਨੂੰ ਪਤਾ ਨਹੀਂ ਕਿੰਨਾ ਚਿਰ ਇੱਥੇ ਰਹਿਣਾ ਪਊ ਘਰਾਂ ਦੇ ਵਿੱਚ, ਐਂਡ ਦੂਸਰਾ ਸਾਡੀਆਂ ਜੋਬਾਂ ਨਾ ਜਾਂਦੀਆਂ ਲੱਗਣ, ਤੀਸਰਾ ਸਭ ਤੋਂ ਇੰਪੋਰਟੈਂਟ, ਮੈਂ ਹਾਲੇ ਕੱਲ੍ਹ ਇਹ 'ਤੇ ਆਰਟੀਕਲ ਪੜ੍ਹਦਾ ਸੀ ਜੀ, ਐਂਡ ਕਿ ਕਪਲਸ ਨੇ ਬੱਚਾ ਬਣਾਉਣ ਲਈ ਜਿਹੜੀ ਪਲੈਨਿੰਗ ਸੀ ਉਹ ਡਿਲੇ ਕਰ ਦਿੱਤੀ। ਉਹ ਇਹ ਸੀ ਵੀ ਉਹਨਾਂ ਨੇ, ਕਈਆਂ ਦੇ ਮਨ ਵਿੱਚ ਫੀਅਰ ਸੀ ਵੀ ਪਤਾ ਨਹੀਂ ਜੇ ਵੂਮਨ ਗੋਜ਼ ਟੂ ਹਸਪੀਟਲ ਉੱਥੇ ਸਾਨੂੰ ਜਾਣ ਦੇਣਗੇ ਜਾਂ ਨਾ ਜਾਣ ਦੇਣਗੇ, ਹਸਬੈਂਡ ਉੱਥੇ ਆ ਸਕਦਾ ਜਾਂ ਨਹੀਂ ਆ ਸਕਦਾ। ਸੋ ਉਹਦੇ ਕਰਕੇ ਦੇ ਡਿਲੇਡ ਇੱਦਾਂ। ਗਿੱਲ ਸਾਹਿਬ, ਜਿਹੜੀ ਪਾਪੂਲੇਸ਼ਨ ਹੈ ਜੀ, ਪਾਪੂਲੇਸ਼ਨ ਨੂੰ ਐਜ਼ ਇਟ ਇਜ਼ ਰੱਖਣ ਲਈ ਇਹ ਕਹਿੰਦੇ ਆ ਵੀ 2.1% ਹੋਣੀ ਚਾਹੀਦੀ ਪਾਪੂਲੇਸ਼ਨ ਗਰੋਥ। ਜੇ ਜਿਹੜੀ ਕੈਨੇਡਾ ਦੀ ਹੁਣ ਪਾਪੂਲੇਸ਼ਨ ਹੈ 2019 ਵਿੱਚ 1.6% ਸੀ, ਐਂਡ 2020 ਦੇ ਵਿੱਚ 13,434 ਬੱਚੇ ਘੱਟ ਪੈਦਾ ਹੋਏ, ਐਂਡ ਜਿਹੜੀ ਜੇ ਪਰਸੈਂਟੇਜ ਲੈ ਲਈਏ 1.4% ਬਣਦੀ ਹੈ। ਇਹ ਕਹਿੰਦੇ ਆ ਕਿ ਜੇ 1.5% ਤੋਂ ਥੱਲੇ ਪਾਪੂਲੇਸ਼ਨ ਗਰੋਥ ਹੋਵੇ ਤਾਂ ਦੈਨ ਦੇਰ ਇਜ਼ ਅ ਡੇਂਜਰ। ਅੱਛਾ ਜੀ, ਐਂਡ ਦੈਨ ਦੋਜ਼ ਕੰਟਰੀਜ਼, ਦੋਜ਼ ਸਿਟੀਜ਼, ਦੇ ਹੈਵ ਟੂ ਬੀ ਵੈਰੀ ਵਰੀਡ। ਸੋ ਇਸੇ ਕਰਕੇ ਜਿਹੜਾ ਕੈਨੇਡਾ ਦੀ ਸਰਕਾਰ ਆ ਇਜ਼ ਵੈਰੀ ਵਰੀਡ। ਹੁਣ ਇੰਨੀ ਕਦੀ ਇਮੀਗ੍ਰੇਸ਼ਨ ਹਿਸਟਰੀ 'ਚ ਕਦੀ ਹੋਈ ਨਹੀਂ ਜਿੰਨੀ ਇਹਨਾਂ ਨੇ ਇਸ ਸਾਲ ਪੈਂਡੇਮਿਕ ਹੋਣ ਦੇ ਬਾਵਜੂਦ ਵੀ। ਪਾਪੂਲੇਸ਼ਨ ਕੈਨੇਡਾ ਕਿੰਨੀ ਪਾਪੂਲੇਸ਼ਨ ਹੈ? 37 ਮਿਲੀਅਨ। ਹਾਂਜੀ, ਐਂਡ 37 ਦੇ ਕਰੀਬ। ਹਾਂਜੀ, ਦੈਟਸ ਰਾਈਟ, 1% ਬਣਦਾ 3,70,000। ਹਾਂਜੀ, ਐਂਡ ਪਰ ਕੈਨੇਡਾ ਵਾਲਿਆਂ ਨੇ, ਕੈਨੇਡਾ ਗਵਰਨਮੈਂਟ ਨੇ ਓਪਨਿੰਗ ਦੀ ਡੋਰ 4 ਲੱਖ ਬੰਦਾ ਮੰਗਾਉਣਾ ਜੀ ਇਹਨਾਂ ਨੇ ਇਸ ਸਾਲ, 4,11,000 ਅਗਲੇ ਸਾਲ, 4,21,000 ਉਹ ਤੋਂ ਅਗਲੇ ਸਾਲ। ਸੋ ਜਿਹੜੀ ਕੈਨੇਡਾ ਦੀ ਪਾਪੂਲੇਸ਼ਨ ਨੂੰ ਗਰੋਥ ਨੂੰ ਇਮੀਗ੍ਰਾਂਟਸ ਤੋਂ ਕਰਨਾ ਚਾਹੁੰਦੇ ਆ। ਹੁਣ ਇਕੱਲਾ ਕੈਨੇਡਾ ਦੀ ਸਿਚੁਏਸ਼ਨ ਨਹੀਂ, ਇਹ ਐਕਚੁਅਲੀ ਸਾਰੇ ਵਰਲਡ ਦੀ ਸਿਚੁਏਸ਼ਨ ਹੈ। ਅਮਰੀਕਾ ਤੇ UK ਦੇ ਵਿੱਚ ਪਾਪੂਲੇਸ਼ਨ ਜਿਹੜੀ ਗਰੋਥ ਹੈ ਉਹਦੇ 'ਚ 4% ਕਟੌਤੀ ਆਈ ਹੈ। ਲੁੱਕ ਐਟ ਚਾਈਨਾ ਦੇ ਵਿੱਚ ਪਾਪੂਲੇਸ਼ਨ ਦੀ 2019 ਦੇ ਵਿੱਚ 18% ਡਿਕਲਾਈਨ। ਪਰ ਉਹਨਾਂ ਦੀ ਸਰ ਪਾਲਿਸੀ ਹੈ ਨਾ ਡਿਕਲਾਈਨ ਕਰਨ ਦੀ, ਉਹਨਾਂ ਦੀ ਖੈਰ ਆਪਣੀ ਪਾਲਿਸੀ ਚੱਲ ਰਹੀ ਹੈ ਨਾ ਕਿ ਪਹਿਲਾਂ ਉਹਨਾਂ ਨੇ ਇੱਕ ਬੱਚੇ ਵਾਲਾ ਕੀਤਾ ਹੋਇਆ ਸੀਗਾ, ਫਿਰ ਇਸ ਤਰ੍ਹਾਂ ਦਾ, ਉਹਦਾ ਕਰਕੇ ਵੀ ਉਹਨਾਂ ਦੇ ਲੰਬੇ ਸਮੇਂ ਦੇ ਇੰਪੈਕਟ ਜਿਹੜੇ ਉਹ ਪੈ ਰਹੇ ਆ। ਹੁਣ ਉਹਦਾ ਇਫੈਕਟ ਹੋ ਰਿਹਾ, ਉਹਦਾ ਇਫੈਕਟ ਉਹਨਾਂ ਨੇ ਫੀਲ ਕੀਤਾ। 2019 ਵਿੱਚ 15% ਪਾਪੂਲੇਸ਼ਨ ਡਿਕਲਾਈਨ ਹੋਈ ਆ, ਐਂਡ 2020 ਦੇ ਵਿੱਚ 18% ਪਾਪੂਲੇਸ਼ਨ ਡਿਕਲਾਈਨ ਹੋਈ ਆ। ਸੋ ਉਹਦੇ ਕਰਕੇ ਜਿਹੜਾ ਚਾਈਨੀਜ਼ ਗਵਰਨਮੈਂਟ ਨੇ ਹੁਣ 2016 'ਚ ਕਰਤਾ ਜੀ, ਤੁਸੀਂ 2 ਬੱਚੇ ਲੈ ਸਕਦੇ ਹੋ। ਉਹ ਤੋਂ ਬਾਅਦ ਹੁਣ ਇਸ ਸਾਲ ਉਹਨਾਂ ਪਿਛਲੇ ਸਾਲ ਉਹਨਾਂ ਨੇ ਕਰਤਾ ਤੁਸੀਂ 3 ਬੱਚੇ ਲੈ ਸਕਦੇ ਹੋ। ਹੁਣ ਕਈ ਸੂਬਿਆਂ ਦੇ ਵਿੱਚ ਟੋਟਲੀ ਰਿਵਰਸ ਕਰਤਾ ਕਿ ਤੁਸੀਂ ਜਿੰਨੇ ਮਰਜ਼ੀ ਬੱਚੇ, ਈਵਨ ਦੇ ਸਟਾਰਟ ਟੂ ਗਿਵ ਦੀ ਇਨਸੈਂਟਿਵ
ਟੂ ਪ੍ਰੋਡਿਊਸ ਮੋਰ ਕਿਡਸ। ਐਂਡ ਈਵਨ ਇੱਥੇ ਕੈਨੇਡਾ ਦੇ ਵਿੱਚ ਵੀ ਕਿਊਬਕ ਦੇ ਵਿੱਚ ਜੇ ਤੁਹਾਡਾ ਇੱਕ ਪਹਿਲਾ ਬੱਚਾ ਹੁੰਦਾ ਉਹਨੂੰ ਮੇਰੇ ਕੋਲ ਫਿਗਰਾਂ ਨਹੀਂ ਹੈ ਕਿੰਨੇ ਪੈਸੇ ਉਹ ਦਿੰਦੇ ਆ। ਜਿੱਦਾਂ ਜਿੱਦਾਂ ਤੁਹਾਡਾ ਜੇ ਦੂਜਾ ਬੱਚਾ ਤਾਂ ਫਿਰ ਉਹ ਪੈਸੇ ਹੋਰ ਦਿੰਦੇ ਆ, ਤੀਸਰਾ ਬੱਚਾ ਹੋਵੇ ਤਾਂ ਤੁਹਾਨੂੰ ਬੱਚਾ ਪੈਦਾ ਕਰਨ ਲਈ ਪੈਸੇ ਦਿੰਦੇ ਆ। ਸੋ ਇਹ ਵਰਲਡ ਦੀ ਸਿਚੁਏਸ਼ਨ, ਇਹ ਫੀਨੋਮੀਨਾ ਸਰ ਨਾਰਵੇ, ਹਾਲੈਂਡ, ਉਹਨਾਂ ਮੁਲਕਾਂ 'ਚ ਬੜੇ ਲੰਬੇ ਸਮੇਂ ਤੋਂ ਚੱਲ ਰਿਹਾ ਕਿ ਗਵਰਨਮੈਂਟ ਜਿਹੜੀਆਂ ਨੇ ਉਹ ਇਹ ਕੋਸ਼ਿਸ਼ ਕਰਦੀਆਂ ਨੇ ਕਿ ਕਿਉਂਕਿ ਜਿਹੜੇ ਇਹ ਸਾਰੇ ਮੁਲਕ ਆ ਇਹਨਾਂ ਦੇ ਵਿੱਚ ਜਿਹੜੀ ਪਾਪੂਲੇਸ਼ਨ ਦੀ ਦਰ ਹੈ ਉਹ ਲਗਾਤਾਰ ਜਿਹੜੀ ਆ ਉਹ ਡਿਕਲਾਈਨ ਹੋ ਰਹੀ ਆ, ਔਰ ਸਰਕਾਰਾਂ ਫਿਕਰਮੰਦ ਨੇ ਕਿ ਸਾਡੀ ਜਿਹੜੀ ਵਰਕ ਫੋਰਸ ਹੈ ਕਿਤੇ ਨਾ ਕਿਤੇ ਉਹ ਦੇਖੋ ਜਿਹੜੇ ਬੈਡਲੀ ਇਫੈਕਟ ਹੋ ਰਹੀ ਆ। ਜਿਹੜੇ ਇਹਦੇ ਇਕਨੋਮਿਕ ਇੰਪੈਕਟ ਹੈ, ਇਹ ਇਕਨੋਮਿਕ ਇੰਪੈਕਟ ਬੜੇ ਸੀਰੀਅਸ ਆ। ਨੰਬਰ 1 ਤਾਂ ਹੈਗਾ ਕਿ ਜੇ ਪਾਪੂਲੇਸ਼ਨ ਡਿਕਲਾਈਨ ਹੁੰਦੀ ਹੈ that means there is a less consumers, there is a market based economy, and there will be less consumers ਹੋਣਗੇ, less demand ਹੋਊਗੀ, and less then there will be shortage of labor, and there will be old population ਜ਼ਿਆਦਾ ਹੋਊਗੀ, then there will be young population, ਜਿਹੜੇ young ਹੋਣਗੇ। ਜਿੱਦਾਂ ਹੁਣ ਕੈਨੇਡਾ ਦੇ ਵਿੱਚ ਹੈ, ਕੈਨੇਡਾ 'ਚ ਇਸ ਵੇਲੇ ਗਿੱਲ ਸਾਹਿਬ 19.13% ਪੀਪਲ ਇੰਪਲੋਇਡ ਹੈ, ਐਂਡ ਕੈਨੇਡਾ ਦੀ ਪਾਪੂਲੇਸ਼ਨ ਹੈਗੀ 37 ਮਿਲੀਅਨ। ਹੁਣ ਇੱਦਾਂ ਲੱਗਦਾ ਵੀ ਜਿੱਦਾਂ ਓਨਲੀ 50% ਆਰ ਵਰਕਿੰਗ ਸਭ, ਐਂਡ ਐਵਰੀ ਡੇ ਮੇਰਾ ਖਿਆਲ ਹੈ ਤੀਜਾ ਚੌਥਾ ਬੰਦਾ ਰਿਟਾਇਰ ਹੋ ਰਿਹਾ। ਪਾਪੂਲੇਸ਼ਨ ਇਜ਼ ਗੈਟਿੰਗ, ਪਰ ਅਨਪਲਾਈਮੈਂਟ ਰੇਸ਼ੋ ਵੀ ਬਹੁਤ ਘੱਟ ਹੈ। ਹਾਲਾਂ ਅਨਪਲਾਈਮੈਂਟ ਰੇਸ਼ੋ ਜਿਹੜੀ ਆ ਉਹ ਬਹੁਤ ਮਤਲਬ ਥੋੜੀ ਹੈ। ਕੈਨੇਡਾ ਦੀ ਜਿਹੜੀ ਅਨਪਲਾਈਮੈਂਟ ਹੈ ਉਹ 6.1 ਤੋਂ 7 ਤੋਂ ਥੱਲੇ ਆਈ ਆ, 5.7 ਤੇ, ਹਾਂਜੀ 5.7 ਈਵਨ। ਅੱਛਾ, ਇੱਕ ਇਹ ਪਹਿਲਾਂ ਤਾਂ ਜੀ ਜਿਹੜੀ ਸੋ ਇਸ ਕਰਕੇ ਜਿਹੜੀਆਂ ਗਵਰਨਮੈਂਟਸ ਆ ਅਰਾਊਂਡ ਦੀ ਵਰਲਡ ਦੇ ਆਰ ਵੈਰੀ ਵਰੀਡ। ਲੁੱਕ ਐਟ ਦੀ ਜਾਪਾਨ 'ਚ ਸਭ ਤੋਂ ਵੱਧ ਓਲਡ ਪਾਪੂਲੇਸ਼ਨ ਹੈ, ਕਿਉਂਕਿ ਉਹਨਾਂ ਨੇ ਇਹਦਾ ਪ੍ਰਚਾਰ ਕੀਤਾ ਸੀ ਜਿਹਦੇ ਕਰਕੇ ਗਾਂ ਗਰੋਥ ਹੀ ਨਹੀਂ ਹੋਈ। ਦੇਰ ਆਰ ਟੂ ਵੇਜ਼ ਜਿਹੜੀ ਪਾਪੂਲੇਸ਼ਨ ਗਰੋ ਕਰਨ ਲਈ। ਇੱਕ ਤਾਂ ਹੈਗਾ ਕਿ ਉਹ ਤੁਸੀਂ ਇਨਸੈਂਟਿਵ ਦਿਓ, ਦੂਜਾ ਹੈਗਾ ਗੈਟ ਦੀ ਪੀਪਲ ਫਰਮ ਆਊਟਸਾਈਡ, ਜਿੱਦਾਂ ਕੈਨੇਡਾ ਤੇ ਅਮਰੀਕਾ ਤੇ ਆਸਟ੍ਰੇਲੀਆ ਐਂਡ ਇੰਗਲੈਂਡ ਕਰ ਰਹੇ। ਇਮੀਗ੍ਰੇਸ਼ਨ ਨੂੰ ਵਧਾਓ, ਇਮੀਗ੍ਰੇਸ਼ਨ ਨੂੰ ਵਧਾਓ। ਤੁਹਾਨੂੰ ਯਾਦ ਹੋਊਗਾ 2016 ਜਦੋਂ ਸੀਰੀਆ ਦੇ ਵਿੱਚ ਕ੍ਰਾਈਸਿਸ ਆਇਆ, ਕਿੰਨੇ ਰਿਫਿਊਜੀ ਆਏ। ਐਂਡ ਜਿਹੜੀ ਜਰਮਨ ਸੀ, ਜਰਮਨ ਦੀ ਪਾਪੂਲੇਸ਼ਨ ਇੰਨੀ ਡਿਕਲਾਈਨ ਹੋ ਰਹੀ ਹੈ ਗਿੱਲ ਸਾਹਿਬ ਕਿ ਕਈ ਪਿੰਡਾਂ ਦੇ ਪਿੰਡ, ਸ਼ਹਿਰਾਂ ਦੇ ਸ਼ਹਿਰ ਖਾਲੀ ਹੋਣ ਦੇ ਲਾਗੇ ਚਲੇ ਗਏ। ਸੋ ਜਿਹਦੇ ਕਰਕੇ ਐਂਜਲਾ ਮਾਰਕਲ, ਹਾਲਾਂਕਿ ਯੂਰਪ ਦੇ ਵਿੱਚ ਜਿਹੜਾ ਰਾਈਟ ਵਿੰਗ ਰਿਹਾ ਉਹ ਬਹੁਤ ਐਂਟੀ ਇਮੀਗ੍ਰਾਂਟ ਹੈ ਜੀ, ਐਂਟੀ ਇਮੀਗ੍ਰੇਸ਼ਨ ਹੈ। ਈਵਨ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਐਂਜਲਾ ਮਾਰਕਲ ਨੇ 1 ਮਿਲੀਅਨ ਤੋਂ ਉੱਪਰ ਬੜਾ ਬੋਲਡ ਸਟੈਪ ਲਿਆ ਉਹਨਾਂ। ਹਾਂਜੀ, ਦੈਟਸ ਰਾਈਟ। ਐਂਡ ਕੈਨੇਡਾ ਨੇ 40,000 ਬੰਦਾ ਕੈਨੇਡਾ ਨੇ ਐਕਸੈਪਟ ਕੀਤਾ, ਰਾਈਟ। ਹੁਣ 25,000 ਅਫਗਾਨਿਸਤਾਨ ਤੋਂ। ਪਰ ਡਾਕਟਰ ਸਾਹਿਬ ਆਪਣੇ ਢੀਂਡਸਾ ਸਾਹਿਬ ਕਿਤੇ ਨਾ ਕਿਤੇ ਕਿਹਾ ਇਹ ਜਾਂਦਾ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਥੋੜੀ ਜਿਹੀ ਸੋਚ, ਜਿਵੇਂ ਤੁਸੀਂ ਕਹਿ ਰਹੇ ਹੋ, ਇਕੱਲੇ ਆਪਾਂ ਜਿਹੜੇ ਰਾਈਟ ਵਿੰਗ ਦੇ ਲੋਕ ਨਾ ਕਹੀਏ, ਕਈ ਲੋਕ ਇਸ ਤਰ੍ਹਾਂ ਦੇ ਵੀ ਨੇ ਜਿਹੜੇ ਕਈ ਹੋਰ ਕਾਰਨਾਂ ਕਰਕੇ ਵੀ ਕਹਿੰਦੇ ਆ ਕਿ ਇਮੀਗ੍ਰੇਸ਼ਨ ਜ਼ਰੂਰੀ ਆ, ਪਰ ਕੁਆਲਿਟੀ ਇਮੀਗ੍ਰੇਸ਼ਨ ਹੋਣ ਦੀ ਲੋੜ ਆ। ਜਿਸ ਤਰੀਕੇ ਨਾਲ ਇਹ ਕੁਆਂਟੀਟੀ ਚੁੱਕ ਲੈਂਦੇ, ਜਿੱਥੋਂ ਮਿਲਦੇ ਰਿਫਿਊਜੀ ਮਿਲ ਗਏ ਲੈ ਲਏ, ਕਿਤੇ ਡਿਸਪਿਊਟ ਆ ਤੇ ਉਸ ਥਾਂ ਤੋਂ ਲੋਕਾਂ ਨੂੰ ਲੈ ਲਏ। ਜਿੱਥੇ ਇੱਕ ਪਾਸੇ ਆਪਾਂ ਲੰਬੜਦਾਰ ਬਣਦੇ ਹਿਊਮਨ ਰਾਈਟਸ ਦੇ, ਮੈਂ ਪਿਛਲੇ ਦਿਨੀ ਪ੍ਰੋਗਰਾਮ ਕਰ ਰਿਹਾ ਸੀਗਾ, ਮੈਨੂੰ ਆਪਣੇ ਇੱਥੇ ਲੋਕਲੀ ਨੇ ਡਾਕਟਰ ਨਾਜ਼ਰੀ, ਉਹ ਬਾਰ-ਬਾਰ ਇਸ ਗੱਲ ਤੇ ਇਨਸਿਸਟ ਕਰਦੇ ਆ ਕਿ ਜਿਹੜੀ ਡਿਫੈਕਟਿਵ ਪਾਲਿਸੀ ਆ ਇਹਦੇ ਨਾਲ ਨਾ ਤੇ ਇਹਨਾਂ ਦੀ ਲੇਬਰ ਫੋਰਸ ਵੱਧਦੀ ਆ, ਕਿਉਂਕਿ ਉਹ ਲੋਕ ਕੰਮ ਨਹੀਂ ਕਰਨਾ ਚਾਹੁੰਦੇ, ਉਹਨਾਂ ਨੂੰ ਇਨਸੈਂਟਿਵ ਹੀ ਨਹੀਂ ਦਿੱਤੇ ਜਾਂਦੇ ਆ ਕਿ ਜਿਹੜੇ ਲੋਕ ਟੈਕਸ ਪੇਅਰ ਆ ਉਹ ਮਹਿਸੂਸ ਕਰਦੇ ਆ ਕਿ ਸਾਡੇ ਨਾਲ ਕਿਤੇ ਨਾ ਕਿਤੇ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ। ਅਸੀਂ ਕੰਮ ਕਰ ਰਹੇ ਹਾਂ ਤੇ ਕੁਝ ਲੋਕ ਵਿਹਲੇ ਖਾ ਰਹੇ ਆ, ਜਾਂ ਫਿਰ ਚੌਂਕਾਂ ਤੇ ਖੜੇ ਕੁਝ ਲੋਕ ਮੰਗ ਰਹੇ ਆ। ਇਹ ਬਿਲਕੁਲ ਤੁਹਾਡਾ ਬੜਾ ਇੰਪੋਰਟੈਂਟ ਕੁਐਸਚਨ ਹੈ ਜੀ। ਇਹ ਹੈਗੀ ਟੈਕਨੀਕੈਲਿਟੀ। ਇਹ ਹੁਣ ਗਵਰਨਮੈਂਟਾਂ ਵੀ ਕੀ ਕਰਨ, ਵਾਟਸ ਦੀ ਸਕਰੀਨਿੰਗ, ਕਿੱਦਾਂ ਸਕਰੀਨ ਕਰਨ। ਹੁਣ ਜਿਹੜੀ ਕੈਨੇਡਾ ਦੀ ਪਾਲਿਸੀ, ਇਮੀਗ੍ਰੇਸ਼ਨ ਪਾਲਿਸੀ ਆ, ਇਹ ਤਾਂ ਬੜੀ ਸਕਸੈਸਫੁਲ ਆ। ਈਵਨ ਤੁਹਾਨੂੰ ਯਾਦ ਹੋਊਗਾ ਅਮਰੀਕਨ ਐਡਮਿਨਿਸਟ੍ਰੇਸ਼ਨ ਟਰੰਪ ਨੇ ਇਹ ਕਿਹਾ ਸੀ ਕਿ ਕੈਨੇਡਾ ਦੇ ਮਾਡਲ ਦੇ ਤੌਰ ਤੇ ਇਮੀਗ੍ਰਾਂਟਸ ਨੂੰ ਐਕਸੈਪਟ ਕਰਨਾ ਸ਼ੁਰੂ ਕਰੋ। ਕੈਨੇਡਾ ਇਜ਼ ਰੀਅਲੀ ਰਿਚ ਕੰਟਰੀ। ਕੈਨੇਡਾ ਕੀ ਕਰਦਾ ਹੁਣ, ਜਿੱਦਾਂ ਤੂੰ ਟੇਕ ਮਾਈ ਐਗਜ਼ਾਮਪਲ, ਟੇਕ ਯੂਰ ਐਗਜ਼ਾਮਪਲ, ਤੁਸੀਂ ਯੂ ਬੋਰਨ ਇਨ ਅਨਦਰ ਕੰਟਰੀ, ਵੈਂਟ ਟੂ ਸਕੂਲ ਇਨ ਅਨਦਰ ਕੰਟਰੀ, ਜਦੋਂ ਕੰਟਰੀ ਲਈ ਪੈਸੇ ਬਣਾਉਣ ਦਾ ਟਾਈਮ ਆਇਆ ਤੁਸੀਂ ਇੱਥੇ ਆ ਗਏ। ਬਿਲਕੁਲ ਇੱਦਾਂ ਲੁੱਕ ਐਟ ਮੀ, ਜਦੋਂ ਮੈਂ ਆਇਆ ਮੈਂ 19 ਸਾਲ ਦਾ ਸੀ, ਆਈ ਵੈਂਟ ਟੂ ਸਕੂਲ ਓਵਰ ਦੇਅਰ, ਐਂਡ ਜਦੋਂ ਪੈਸੇ ਬਣਾਉਣ ਦੀ ਲੇਬਰ ਫੋਰਸ ਵਿੱਚ ਆਉਣਾ ਸੀ, ਕੰਟਰੀ ਨੂੰ ਮੈਂ ਕੋ ਦੇਣਾ ਰਿਟਰਨ ਕਰਨਾ ਸੀ ਵਾਪਸ, ਮੈਂ ਇੱਥੇ ਆ ਗਿਆ। ਅੱਛਾ, ਦੈਟਸ ਵਾਟ ਕੈਨੇਡਾ ਇਜ਼ ਡੂਇੰਗ। ਉਹ ਜਿਹੜਾ ਨੰਬਰਿੰਗ ਸਿਸਟਮ ਹੈ, ਦੇ ਗੈਟ ਦੀ ਕਰੀਮ ਆਫ ਦੀ ਵਰਲਡ। ਐਂਡ ਦੂਜਾ ਇਹਨਾਂ ਨੇ ਕੀਤਾ ਪ੍ਰੋਫੈਸ਼ਨਲ, ਦੇ ਗੈਟ ਦੀ ਪ੍ਰੋਫੈਸ਼ਨਲਸ। ਤੀਸਰਾ ਇਹਨਾਂ ਨੇ ਕੀਤਾ ਕਿ ਜਿਹੜੇ ਰਿਚ ਪੀਪਲ ਆ,
ਦੇ ਵਾਂਟ ਮਨੀ ਟੂ ਬੇਸਡ ਔਨ ਜੇ ਤੁਹਾਡੇ ਕੋਲ ਪੈਸੇ ਆ ਤਾਂ ਤੁਸੀਂ ਇੱਥੇ ਆ ਕੇ ਕੋਈ ਬਿਜ਼ਨਸ ਇਸਟੈਬਲਿਸ਼ ਕਰੋ, ਉਹਦੇ ਪਿੱਛੇ ਤਾਂ ਅੱਗੇ ਦੱਸੇਗਾ ਇਕਨੋਮੀ ਨੂੰ ਸਿੱਧਾ ਬੂਸਟ ਮਿਲਦਾ, ਇਕਨੋਮੀ ਸਿੱਧਾ ਬੂਸਟ ਮਿਲਦਾ। ਹਾਂਜੀ। ਸੋ ਇਹ ਹੈਗੀਆਂ ਟੈਕਨੀਕਲਿਟੀਜ਼। ਐਂਡ ਆਪਾਂ ਗੱਲ ਕਰ ਰਹੇ ਹਾਂ ਕਿ ਜਿਹੜੀ ਵੱਧ ਪਾਪੂਲੇਸ਼ਨ ਦੇ ਵੀ ਕੰਸੀਕੁਐਂਸਿਸ ਨੈਗੇਟਿਵ ਐਂਡ ਪੋਜ਼ਿਟਿਵ ਹੈ। ਆਪਾਂ ਵੱਧ ਪਾਪੂਲੇਸ਼ਨ ਦੇ ਜਿਹੜੇ ਨੈਗੇਟਿਵ ਇੰਪੈਕਟ ਹੈ ਕਿ ਇੰਡੀਆ 'ਚ ਦੇਖੇ ਆ। ਇੰਡੀਆ 'ਚ ਕਿੰਨੀ ਉੱਥੇ ਗਰੀਬੀ ਕਿੰਨੀ ਵੱਧ ਰਹੀ ਹੈ, ਪਾੜਾ ਕਿੰਨਾ ਵੱਧ ਰਿਹਾ ਹੈ, ਕਿੰਨੀ ਪਾਪੂਲੇਸ਼ਨ ਕਿੰਨੀ ਆ ਤੁਹਾਡੀ, ਇੰਨੀ ਕਿ ਜਿੱਦਾਂ ਕੀੜੇ ਮਕੌੜੇ ਤੁਰੇ ਫਿਰਦੇ ਹੁੰਦੇ ਆ ਇੱਦਾਂ। ਪਰ ਹੁਣ ਇੰਡੀਆ ਦੀ ਜਿਹੜੀ ਪਾਪੂਲੇਸ਼ਨ ਹੈ ਉਹਦੇ ਬਾਰੇ ਵੀ ਮੈਂ ਪੜ੍ਹਦਾ ਸੀ ਕਿ ਕੀ ਉਹ ਉਸੇ ਸਪੀਡ ਨਾਲ ਵੱਧ ਰਹੀ ਹੈ। ਐਕਚੁਅਲੀ ਇੰਡੀਆ ਦੀ ਪਾਪੂਲੇਸ਼ਨ ਦੇ ਵਿੱਚ ਵੀ ਖੜੋਤ ਆਈ ਹੈ। ਇੰਡੀਆ ਦੀ ਪਾਪੂਲੇਸ਼ਨ ਟੂ ਰਿਪਲੇਸ ਦੀ ਪਾਪੂਲੇਸ਼ਨ ਐਜ਼ ਇਟ ਇਜ਼ ਟੂਡੇਜ਼ ਪਾਪੂਲੇਸ਼ਨ 2.1% ਚਾਹੀਦੀ ਹੈ। ਕੈਨੇਡਾ ਸੌਰੀ ਇੰਡੀਆ ਦੇ ਵਿੱਚ ਹੁਣ ਇਸ ਵੇਲੇ ਜਿਹੜੀ ਪਾਪੂਲੇਸ਼ਨ ਹੈ 2.1% ਹੈ ਗਰੋਥ। ਅੱਛਾ ਜੀ, ਖੜੋਤ ਤੇ ਆ ਗਈ। ਇਹ ਤੋਂ ਹੁਣ ਐਕਸਪੈਕਟ ਕੀਤਾ ਜਾਂਦਾ ਕਿ ਦੈਟ ਗੋਨਾ ਸਟਾਰਟ ਟੂ ਡਿਕਲਾਈਨ। ਉਹ ਡਿਕਲਾਈਨ ਹੋਣ ਦੇ ਕੀ ਰੀਜ਼ਨ ਹੈ? ਇੱਕ ਤਾਂ ਰੀਜ਼ਨ ਹੈਗਾ ਕਿ ਜਿਹੜਾ ਸੋਸਾਇਟੀ 'ਚ ਪਾੜਾ ਬਹੁਤ ਵੱਧਦਾ ਜਾ ਰਿਹਾ। ਦੂਜਾ ਹੈਗਾ ਕਿ ਜਿਹੜੀ ਵੂਮਨ ਹੈ ਇਹ ਉਹ ਵੂਮਨ ਨਹੀਂ, ਇਹ ਉਹ ਪੁਰਾਣੀ ਵੂਮਨ ਨਹੀਂ ਹੈ ਜਿਹੜੀ ਇਕੱਲੀ ਸਿਰਫ ਰੋਟੀਆਂ ਪਕਾਉਣ ਲਈ। ਕਾਲ ਆਪਾਂ ਨੂੰ ਆ ਰਹੀਆਂ ਸੀ, ਆਪਾਂ ਲੈ ਨਹੀਂ ਸਕੇ ਨਾਲ ਦੁਬਾਰਾ ਕਾਲ ਕਰ ਲਿਓ ਜੀ। ਮੈਨੂੰ ਧਿਆਨ ਨਹੀਂ ਰਿਹਾ, ਮੇਰਾ ਢੀਂਡਸਾ ਸਾਹਿਬ ਦੀ ਗੱਲ ਸੁਣਨ ਨਾਲ ਪੂਰਾ ਨਿਗਾਹ ਲੱਗੀ ਹੋਈ ਸੀਗੀ, ਮੈਂ ਟੈਲੀਫੋਨ ਵਾਲੇ ਪਾਸੇ ਵੇਖ ਨਹੀਂ ਸਕਿਆ ਕਿਉਂਕਿ ਅਸੀਂ ਅਜੇ ਬਹੁਤ ਜ਼ਿਆਦਾ ਕਾਲ ਨਹੀਂ ਲੈ ਰਹੇ ਸੀਗੇ। ਸੋ ਹੁਣ ਜਦੋਂ ਕਾਲ ਆਏਗੀ ਮੈਂ ਕੋਸ਼ਿਸ਼ ਕਰਾਂਗਾ ਕਿ ਕਾਲ ਨਾਲ ਮੈਂ ਪਿਕ ਕਰ ਲਾਂ ਕਿਉਂਕਿ ਮੈਂ ਢੀਂਡਸਾ ਸਾਹਿਬ ਨੂੰ ਹੈੱਡਫੋਨ ਵਗੈਰਾ ਵੀ ਨਹੀਂ ਲਗਾਏ ਅਜੇ। ਸੋ ਮੈਂ ਉਹ ਵੀ ਕੋਸ਼ਿਸ਼ ਕਰਦਾ ਕਿ ਮੈਂ ਉਹਨਾਂ ਨੂੰ ਵੀ ਦੇ ਦੇਣਾ ਜੇ ਹੋ ਸਕੇ ਤੇ ਆਪਣੀ ਤੁਹਾਡੀ ਕਾਲ ਜਿਹੜੀ ਆ ਉਹਨੂੰ ਅਗਲੀ ਕਾਲ ਨੂੰ ਜ਼ਰੂਰ ਅਸੈਪਟ ਕਰ ਸਕੀਏ। ਮੈਨੂੰ ਪਿੱਛੋਂ ਸਾਡੀ ਬੇਟੀ ਨੇ ਦੱਸਿਆ ਕਿ ਕਾਲ ਆ ਰਹੀਆਂ, ਤੁਸੀਂ ਕਾਲ ਨਹੀਂ ਪਿਕ ਕਰ ਰਹੇ। ਸੋ ਅਸੀਂ ਹੁਣ ਅਗਲੀ ਕਾਲ ਜੇ ਆਉਂਦੀ ਹੈ ਤੁਹਾਡੀ ਤੇ ਉਹਨੂੰ ਜ਼ਰੂਰ ਏਅਰ ਕਰਾਂਗੇ ਜੀ। ਕਾਲ ਆਪਾਂ ਨੂੰ ਆਈ। ਹੈਲੋ ਸਤਿ ਸ਼੍ਰੀ ਅਕਾਲ ਜੀ। ਹੈਲੋ ਸਤਿ ਸ਼੍ਰੀ ਅਕਾਲ। ਹਾਂ ਸਤਿ ਸ਼੍ਰੀ ਅਕਾਲ ਜੀ। ਮੇਰੇ ਤੱਕ ਆਵਾਜ਼ ਜੁੱਤੀ ਪਹੁੰਚੀ ਨਹੀਂ ਹੈ, ਮੈਨੂੰ ਆਵਾਜ਼ ਨਹੀਂ ਪਹੁੰਚੀ ਉਹਨਾਂ ਦੀ। ਤੁਹਾਡੀ ਆਵਾਜ਼ ਮੈਨੂੰ ਆ ਰਹੀ ਆ। ਤੁਹਾਡੀ ਆਵਾਜ਼ ਆ ਰਹੀ ਆ ਜੀ। ਬਹੁਤ ਘੱਟ ਆਵਾਜ਼ ਆ ਰਹੀ। ਮੈਨੂੰ ਲੱਗਦਾ ਪ੍ਰੋਫੈਸਰ ਜਗੀਰ ਸਿੰਘ ਕਾਹਲੋਂ ਬੋਲ ਰਹੇ ਨੇ ਤੇ ਮੈਨੂੰ ਉਹਨਾਂ ਦੀ ਆਵਾਜ਼ ਬਹੁਤ ਧੀਮੀ ਆਵਾਜ਼ ਸੁਣ ਰਹੀ ਹੈ। ਕੁਝ ਗਲਤੀ ਹੈ ਕਿਤੇ ਸਾਡੇ। ਹਾਂਜੀ ਕਾਹਲੋਂ ਸਾਹਿਬ ਤੁਸੀਂ ਬੋਲੋ, ਸ਼ਾਇਦ ਮੈਂ ਕੁਝ ਸਮਝ ਸਕਾਂ। ਓਕੇ ਮੈਂ ਇਹ ਜਾਣਨਾ ਚਾਹੁੰਦਾ ਜੀ, ਪਹਿਲਾਂ ਤਾਂ ਇਹ ਆ ਕਿ ਤੁਸੀਂ ਜਿਹੜਾ ਇਕਨੋਮੀ ਤੇ ਗੱਲ ਕਰ ਰਹੇ ਹੋ ਜੀ ਨਿਰਮਲ ਸਿੰਘ ਢੀਂਡਸੇ ਹੋਰਾਂ ਨਾਲ ਜੀ, ਇਹ ਬਹੁਤ ਵਧੀਆ ਗੱਲ ਇਸ ਕਰਕੇ ਆ ਕਿ ਢੀਂਡਸਾ ਸਾਹਿਬ ਜਿਹੜੇ ਆਰਥਿਕ ਮਾਮਲੇ ਆ ਉਹਨਾਂ ਦੇ ਮਾਹਰ ਨੇ, ਔਰ ਨਾਲ ਦੀ ਨਾਲ ਇਹ ਆ ਵੀ ਇਹਨਾਂ ਕੋਲ ਇੱਕ ਕੈਨੇਡੀਅਨ ਲਾਈਫ ਦਾ ਲੰਮਾ ਤਜਰਬਾ ਵੀ ਆ ਤੇ 50 ਸਾਲ ਤੋਂ ਉੱਪਰ ਹੋ ਗਏ ਇਹਨਾਂ ਨੂੰ ਇੱਥੇ ਰਹਿੰਦੇ ਆ। ਤੇ ਇਹ ਗੱਲਾਂ ਜਿਹੜੀਆਂ ਹੈਗੀਆਂ ਕੁਦਰਤੀ ਤੌਰ ਤੇ, ਸਿਧਾਂਤਕ ਤੌਰ ਤੇ ਵੀ ਤੇ ਤਜਰਬੇ ਦੇ ਤੌਰ ਤੇ ਵੀ ਇਹਨਾਂ ਦੀਆਂ ਗੱਲਾਂ ਜਿਹੜੀਆਂ ਉਹਨਾਂ ਦੇ ਵਿੱਚ ਇੱਕ ਵਜਨ ਹੈ। ਸੋ ਮੈਂ ਇਹ ਜਾਣਨਾ ਚਾਹੁੰਦਾ ਵੀ ਜਿਹੜੀ ਡੈਮੋਗ੍ਰਾਫਿਕ ਚੇਂਜ ਹੈਗੀ ਆ, ਜਿੱਦਾਂ ਇੰਡੀਆ ਦੇ ਵਿੱਚ ਇੰਡੀਆ ਦੀ ਪਾਪੂਲੇਸ਼ਨ ਵੱਧਦੀ ਆ, ਚੀਨ ਦੇ ਵਿੱਚ ਚੀਨ ਦੀ ਪਾਪੂਲੇਸ਼ਨ ਵੱਧਦੀ ਆ, ਪਰੰਤੂ ਜਿਹੜੀ ਕੈਨੇਡਾ 'ਚ ਪਾਪੂਲੇਸ਼ਨ ਵੱਧਦੀ ਆ ਇਹ ਦੁਨੀਆ ਦੇ ਵੱਖਰੇ ਦੇਸ਼ਾਂ ਤੋਂ ਲੈ ਕੇ ਇਕੱਠੀ ਕੀਤੀ ਗਈ ਆ। ਕੀ ਤੁਸੀਂ ਮਹਿਸੂਸ ਨਹੀਂ ਕਰਦੇ ਕਿ ਇਹ ਇਕਨੋਮੀ ਦੇ ਵਿੱਚ ਇੱਕ ਵੱਖਰੀ ਕਿਸਮ ਦਾ ਅਸਰ ਪਾਉਂਦੀ ਆ? ਕਿਉਂਕਿ ਜਿਹੜੀ ਕਮਿਊਨਿਟੀਜ਼ ਆਉਂਦੀਆਂ ਕੈਨੇਡਾ ਦੇ ਵਿੱਚ ਇਹ ਆਪਣੇ ਵੱਖਰੇ ਕਲਸਟਰਸ ਬਣਾ ਲੈਂਦੀਆਂ, ਧੋੜੀਆਂ ਬਣਾ ਲੈਂਦੀਆਂ, ਬਈ ਇਹ ਉਹਨਾਂ ਦੇਸ਼ਾਂ ਨਾਲੋਂ ਕੋਈ ਵੱਖਰੀ ਕਿਸਮ ਦਾ ਅਸਰ ਜਿਹੜਾ ਹੈਗਾ ਉਹ ਇਕਨੋਮੀ ਤੇ ਨਹੀਂ ਪਾਉਂਦੀਆਂ। ਮੈਂ ਹੁਣ ਤੁਹਾਡੇ ਤੋਂ ਸੁਣਾਂਗਾ ਜੀ ਇਹਦਾ ਜਵਾਬ। ਜੀ ਢੀਂਡਸਾ ਸਮਝ ਗਏ ਤੁਸੀਂ ਉਹਨਾਂ ਦਾ ਕੁਐਸਚਨ ਜੋ ਕਹਿ ਰਹੇ ਸੀ ਕਾਲੋ ਸਾਹਿਬ? ਪਹਿਲਾਂ ਤਾਂ ਕਾਲੋ ਸਾਹਿਬ ਥੈਂਕ ਯੂ ਸਰ ਸੋ ਮਚ ਫॉर ਯੂਰ ਕਮੈਂਟਸ। ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਕੈਨੇਡਾ ਦੇ ਵਿੱਚ ਸਾਰੇ ਵਰਲਡ ਤੋਂ ਲੋਕੀ ਆ ਰਹੇ, ਸਾਰੇ ਵਰਲਡ ਤੋਂ ਇਮੀਗ੍ਰਾਂਟਸ ਆ ਰਹੇ ਆ ਔਰ ਉਹ ਆਪਣਾ ਪਿਛੋਕੜ, ਆਪਣੀਆਂ ਆਦਤਾਂ, ਆਪਣਾ ਸਭ ਕੁਝ ਨਾਲ ਲੈ ਕੇ ਆ ਰਹੇ ਆ। ਐਂਡ ਇਟ ਇਜ਼ ਟਰੂ ਕਿ ਉੱਥੇ ਦਾ ਜਿਹੜਾ ਉਹਨਾਂ ਦਾ ਸੁਭਾਅ ਆ, ਜਿਹੜਾ ਉਹਨਾਂ ਦਾ ਕਲਚਰ ਆ, ਜਿਹੜਾ ਉਹਨਾਂ ਦੀ ਬੋਲੀ ਆ, ਉਹਨਾਂ ਦਾ ਪਹਿਰਾਵਾ, ਉਹ ਸਾਰਾ ਨਾਲ ਲੈ ਕੇ ਆਏ ਆ। ਇਸੇ ਕਰਕੇ ਜਿਹੜੀ ਇਹ ਡਾਇਵਰਸਿਟੀ ਆਫ ਕੈਨੇਡਾ ਇਹਨੂੰ ਕਹਿੰਦੇ ਆ ਵੀ ਲਾਈਕ UNO ਨੇਮ। ਕੈਨੇਡਾ ਇੱਕ ਅਜਿਹਾ ਕੰਟਰੀ ਆ ਵਰਲਡ ਵਿੱਚ, ਇੱਕ ਅਜੀਬ ਕੰਟਰੀ ਆ ਜਿੱਥੇ ਦੁਨੀਆ ਦਾ ਹਰ ਬੰਦਾ ਤੁਹਾਨੂੰ ਮਿਲਦਾ। ਦੁਨੀਆ ਦੇ ਹਰ ਬੰਦੇ ਕੋਨੇ ਤੋਂ ਇੱਥੇ ਆ ਰਹੇ ਆ
ਔਰ ਉਹ ਬੰਦੇ ਆਪੋ ਆਪਣੀ ਲੈਂਗੁਏਜ ਵੀ ਬੋਲ ਰਹੇ ਆ, ਉਹ ਆਪੋ ਆਪਣਾ ਪਹਿਰਾਵਾ ਵੀ ਪਾ ਰਹੇ ਆ, ਆਪਣਾ ਕਲਚਰ ਵੀ ਲੈ ਕੇ ਆ ਰਹੇ ਆ। ਸਮਾਜਿਕ ਤੌਰ ਦੇ ਉੱਤੇ ਦੇਖੋ ਹਰ ਗੱਲ ਦਾ ਪ੍ਰੈਸ ਸਾਹਿਬ ਨੈਗੇਟਿਵ ਪੋਜ਼ਿਟਿਵ ਹੁੰਦਾ ਇੰਪੈਕਟ ਹੁੰਦਾ, ਪਰ ਜਿਹੜੀ ਕੈਨੇਡੀਅਨ ਗੌਰਮੈਂਟ ਹੈ, ਜਿਹੜੇ ਇਕੋਨੋਮਿਸਟ ਆ, ਉਹ ਇਹ ਦੇਖਦੇ ਆ ਇੰਨਾ ਕੁਛ ਹੋਣ ਦੇ ਬਾਵਜੂਦ ਡਿਵਰਸਿਟੀ ਐਂਡ ਇੱਥੇ ਰਾਈਟਸ ਨਹੀਂ ਹੋ ਰਿਹਾ, ਇੱਥੇ ਕੋਈ ਡੈਮੋਨਸਟ੍ਰੇਸ਼ਨ ਨਹੀਂ ਹੋ ਰਿਹਾ, ਐਂਡ ਲੋਕੀ ਕੰਮ ਕਰਨ ਇੱਥੇ ਲਾ ਅਬਾਈਡਿੰਗ ਸਿਟੀਜ਼ਨ ਹੈ। ਜਿਹਦਾ ਮਲੋਨੀ ਪਹਿਲੇ ਇੱਥੇ ਦੇ ਪ੍ਰਾਈਮ ਮਿਨਿਸਟਰ ਆ, ਆਈ ਐਗਰੀ ਵਿਦ ਹਿਮ ਕਿ ਜਿਹੜੇ ਇਮੀਗ੍ਰਾਂਟਸ ਆਉਂਦੇ ਆ ਉਹ ਕੰਪੇਅਰ ਟੂ ਦੀ ਕੈਨੇਡੀਅਨਸ ਦੇ ਵਰਕ ਹਾਰਡ। ਲੁੱਕ ਐਟ ਨੇਮ ਐਨੀਥਿੰਗ, ਲੁੱਕ ਐਟ ਟਰੱਕ ਡਰਾਈਵਰਸ ਇਸ ਵੇਲੇ ਕੈਨੇਡਾ ਕਿੰਨੇ ਕੁ ਕੈਨੇਡੀਅਨ ਮੁੰਡੇ ਜਾਂ ਕੁੜੀਆਂ ਟਰੱਕ ਚਲਾਉਂਦੇ ਆ ਜਿਹੜੇ ਇੱਥੇ ਬੋਰਨ ਹੋਏ ਆ, ਕੰਪੇਅਰ ਟੂ ਜਿਹੜੇ ਬਾਹਰੋਂ ਆਉਂਦੇ ਆ, ਇਮੀਗ੍ਰਾਂਟਸ ਆਉਂਦੇ ਆ ਜਾਂ ਰਿਫਿਊਜੀ ਆ ਜਾਂ ਸਟੂਡੈਂਟ ਆ, ਉਹ ਸਾਰੇ ਚਲਾ ਰਹੇ ਆ। ਲੁੱਕ ਐਟ ਦੀ ਟੈਕਸੀਜ਼, ਲੁੱਕ ਐਟ ਦੀ ਜਿਹੜੀ ਪ੍ਰੋਡਕਸ਼ਨ ਹੈ, ਮੈਨੂਫੈਕਚਰਿੰਗ ਹੈ, ਮੈਨੂਫੈਕਚਰਿੰਗ ਜਿਹੜੀ ਹੈਵੀ ਮੈਨੂਫੈਕਚਰਿੰਗ ਹੈ, ਕਾਰ ਇੰਡਸਟਰੀ ਹੋਈ, ਕਾਰ ਪਾਰਟਸ ਇੰਡਸਟਰੀ ਹੋਈ, ਜਿਹਦਾ ਹਰ 6ਵਾਂ ਬੰਦਾ ਜਿਹੜਾ ਕਾਰ ਪਾਰਟਸ ਰਿਲੇਟਡ ਕੰਪਨੀ ਹੈਗੀ, ਉਹ ਜਿਹੜੇ ਪਾਰਟਸ ਬਣਾਉਂਦੇ ਉਹਨਾਂ 'ਚ ਇਹ ਕੰਮ ਕਰ ਰਿਹਾ। ਉੱਥੇ ਤੁਹਾਨੂੰ ਤੁਸੀਂ ਜਾਓ ਕਿਸੇ ਵੀ ਮੈਨੂਫੈਕਚਰਿੰਗ ਚੱਲ ਜਾਓ, ਉੱਥੇ ਤੁਸੀਂ ਇੱਥੇ ਫਾਰ ਐਗਜ਼ਾਮਪਲ ਐਮਾਜ਼ੋਨ 'ਚ ਚੱਲ ਜਾਓ, ਐਮਾਜ਼ੋਨ ਤੁਹਾਨੂੰ ਲੱਗੂਗਾ ਵੀ ਕਿ ਸਾਰੇ ਬਾਹਰ ਦੇ ਹੀ ਆ, ਸਾਰੇ ਸਟੂਡੈਂਟ ਹੀ ਆ ਹੈਂ। ਸੋ ਇਹ ਜਿਹੜੇ ਇਮੀਗ੍ਰਾਂਟਸ ਆਉਂਦੇ ਆ ਉਹਨਾਂ ਦਾ ਇੰਪੈਕਟ ਦੇਖੋ। ਜਿਹੜੇ ਇਮੀਗ੍ਰਾਂਟਸ ਆਉਣਾ, ਉਹਨੇ ਘਰ ਵੀ ਲੈਣਾ, ਹੁਣ ਰੈਂਟ 'ਤੇ ਵੀ ਰਹਿਣਾ, ਹੁਣ ਫਿਰ ਕੰਜ਼ੰਪਸ਼ਨ ਵੀ ਕਰਨੀ ਹੈ, ਗਰੋਸਰੀ ਵੀ ਲੈਣੀ, ਕੱਪੜੇ ਵੀ ਲੈਣੇ, ਹੋਰ ਉਰਾ ਪਰਾ ਸਾਰਾ ਲੈਣਾ। ਉਹ ਦੈਨ ਹੀ ਇਜ਼ ਵਰਕਿੰਗ, ਹੀ ਇਜ਼ ਕੰਟਰੀਬਿਊਟਿੰਗ, ਹੀ ਡਿਡਕਟਿੰਗ ਦੀ ਟੈਕਸਿਸ, ਕਿਉਂਕਿ ਟੈਕਸਿਸ ਇੱਥੇ। ਸੋ ਇਸ ਲਈ ਇਸ ਕਰਕੇ ਇਹ ਕਹਿੰਦੇ ਆ ਕਿ ਜਿਹੜੇ ਇਮੀਗ੍ਰਾਂਟਸ ਹੈ ਪ੍ਰੋਫੈਸਰ ਸਾਹਿਬ ਆਰ ਵੈਰੀ ਯੂਜ਼ਫੁਲ। ਜਿਹੜੀ ਕੈਨੇਡਾ ਦੀ ਗਰੋਥ ਹੈ, ਐਕਚੁਅਲੀ ਜਿਹੜੀ ਕੈਨੇਡਾ ਦੀ ਗਰੋਥ ਹੈ ਡਿਪੈਂਡ ਇਮੀਗ੍ਰਾਂਟਸ ਉੱਤੇ ਕਰਦੀ ਹੈ। ਸੋ ਨਹੀਂ, ਉਹਨਾਂ ਦਾ ਥੋੜਾ ਜਿਹਾ ਮੇਰਾ ਖਿਆਲ ਤੁਸੀਂ ਰਿਮੂਵ ਕਰਨਾ ਚਾਹੋ ਤਾਂ ਕਰ ਲਓ। ਆਪਣਾ ਫੋਨ ਜਦੋਂ ਆਏਗਾ ਫੋਨ ਫਿਰ ਆਪਾਂ ਲਾ ਲਾਂਗੇ, ਕਿਉਂਕਿ ਆਪਾਂ ਪ੍ਰੋਪਰਲੀ ਲਾਏ ਨਹੀਂ ਸੀਗੇ। ਉਹ ਕਾਲੋ ਸਾਹਿਬ ਦਾ ਮਕਸਦ ਇਹ ਸੀਗਾ ਕਿ ਜਿੱਥੇ ਵੱਖਰੇ ਵੱਖਰੇ ਸੱਭਿਆਚਾਰ ਇੱਕ ਕਿਸਮ ਦਾ ਗੁਲਦਸਤਾ ਵੀ ਹੈ, ਇਸ ਮੁਲਕ ਦੀ ਖੂਬਸੂਰਤੀ ਵੀ ਆ, ਪਰ ਨਾਲ ਦੀ ਨਾਲ ਇਹ ਆ ਕਿ ਜਿਹਨੂੰ ਅਸੀਂ ਕਹਿੰਦੇ ਆ ਕਿ ਸਾਡਾ ਮਿਕਸ ਕਲਚਰ ਆ, ਪਰ ਅਸੀਂ ਮਿਕਸ ਹੈ ਨਹੀਂ। ਆਪੋ ਆਪਣੇ ਡੇਰੇ ਵੱਖਰੇ ਵੱਖਰੇ ਬਣਾ ਕੇ ਬੈਠੇ ਆ। ਮਾਰਖਮ ਚਲ ਜਾਓ, ਤੁਸੀਂ ਕਹੋਗੇ ਜੀ ਚੀਨੀਆਂ ਦੀ ਆਬਾਦੀ ਜ਼ਿਆਦਾ ਆ। ਬਰੈਂਪਟਨ ਆ ਜਾਓ ਤੇ ਤੁਹਾਨੂੰ ਪੰਜਾਬ ਦਿਖਦਾ ਆ। ਥੋੜ੍ਹਾ ਜਿਹਾ ਮਿਸੀਸਾਗਾ, ਮਿਲਟਨ ਚਲ ਜਾਓ ਤੇ ਤੁਹਾਨੂੰ ਲੱਗਦਾ ਕਿ ਮੁਸਲਮਾਨ ਜ਼ਿਆਦਾ। ਯਾਨੀ ਕਿ ਅਸੀਂ ਇੱਕ ਕਿਸਮ ਦੇ ਉਹਨਾਂ ਸ਼ਬਦ ਵਰਤੇ ਜੀ ਗੈਟੋ ਬਣਾ ਕੇ ਬੈਠ ਜਾਂਦੇ ਸ਼ਾਇਦ। ਦੇਖੋ ਇਹ ਬਿਲਕੁਲ ਕਰੈਕਟ ਹੈ। ਇਹ ਹਿਊਮਨ ਫਿਤਰਤ ਆ। ਬੰਦਾ ਉੱਥੇ ਆਉਂਦਾ ਜਿੱਥੇ ਉਹਦੇ ਦੋਸਤ ਮਿੱਤਰ ਹੋਣ, ਜਿੱਥੇ ਉਹਦੀ ਰਿਸ਼ਤੇਦਾਰੀ ਹੋਵੇ, ਜਿੱਥੇ ਤੁਹਾਡਾ ਭਾਈਚਾਰਾ ਹੋਵੇ, ਜਿੱਥੇ ਤੁਹਾਡੇ ਆਪਣੇ ਲੋਕ ਜਿਹੜੇ ਤੁਹਾਡੀ ਬੋਲੀ ਪਰ ਡੈਮੋਗ੍ਰਾਫੀ ਥੋੜੀ ਜਿਹੀ ਫੈਕਟ ਹੁੰਦੀ ਹੈ ਨਾ। ਉਹਨਾਂ ਦਾ ਕਹਿਣ ਦਾ ਮਤਲਬ ਇਹ ਸੀ ਕਿ ਡੈਮੋਗ੍ਰਾਫਿਕ ਫੈਕਟਰ ਜਿਹੜੇ ਆ ਉਹ ਜਦੋਂ ਡਿਸਟਰਬ ਹੁੰਦੇ ਆ ਤੇ ਉਹਦੇ ਫਿਰ ਕੁਝ ਨਾ ਕੋਈ ਇੰਪੈਕਟ ਵੀ ਹੁੰਦੇ ਹੋਣਗੇ। ਦੇਖੋ ਸਾਡੇ ਕੋਲ ਐਗਜ਼ਾਮਪਲ ਹੈ, ਦੁਨੀਆ ਦੀ ਐਗਜ਼ਾਮਪਲ ਹੈ। ਲੁੱਕ ਐਟ ਵੈਸਟ ਇੰਡੀਜ਼। ਵੈਸਟ ਇੰਡੀਜ਼ ਕਿੰਨਾ ਚਿਰ ਪਹਿਲੋਂ ਲਿਆਂਦੇ ਸੀ, ਉੱਥੇ ਸਲੇਵ ਬਣਾ ਕੇ ਲਿਆਂਦੇ ਸੀ। ਤੁਸੀਂ ਚੱਲ ਜਾਓ ਜਮੀਕਾ ਚਲ ਜਾਓ, ਤੁਸੀਂ ਵੈਸਟ ਇੰਡੀਜ਼ ਚਲ ਜਾਓ, ਤੁਸੀਂ ਟ੍ਰਿਨੀਦਾਦ ਚਲ ਜਾਓ, ਘਾਨਾ, ਜੁਗਾਂਡਾ, ਸਾਰੇ ਕੰਟਰੀਜ਼ ਉਹ ਸਾਰੇ ਜਿਹੜੇ ਫਸਟ ਇਮੀਗ੍ਰਾਂਟਸ ਆ ਅਸੀਂ ਇੱਦਾਂ ਕਰਦੇ ਹਾਂ। ਜਿਹੜੇ ਫਿਰ ਸੈਕੰਡ ਜਨਰੇਸ਼ਨ, ਥਰਡ ਜਨਰੇਸ਼ਨ ਹੈ, ਜਿੱਦਾਂ ਹੁਣ ਮੇਰੇ ਮੁੰਡੇ ਕੁੜੀਆਂ, ਉਹ ਆਲਮੋਸਟ ਗੋਰਿਆਂ ਵਰਗੇ, ਉਹਨਾਂ ਨੂੰ ਕੋਈ ਫਰਕ ਨਹੀਂ। ਹੁਣ ਤੁਸੀਂ ਪਹਿਲਾਂ ਜਦੋਂ ਅਸੀਂ ਇੱਥੇ ਆਏ ਸੀ, ਕਦੀ ਕੋਈ ਹੁੰਦਾ ਸੀ ਜਿਹੜਾ ਮੈਂ ਆਪਣੀ ਕਮਿਊਨਿਟੀ ਤੋਂ ਬਾਹਰ ਜਾ ਕੇ ਵਿਆਹ ਕਰਾਵੇ। ਹੁਣ ਅੱਜ ਤੁਸੀਂ ਇਹ ਗੱਲ ਕਾਮਨ ਹੋ ਗਈ। ਜਿਹੜੇ ਆਪਣੇ ਮੁੰਡੇ ਕੁੜੀਆਂ, ਕਿਸੇ ਨੇ ਗੋਰੇ ਨਾਲ ਕਰਾਇਆ, ਕਿਸੇ ਨੇ ਇਟੈਲੀਅਨ ਨਾਲ ਕਰਾਇਆ, ਕਿਸੇ ਮੁੰਡੇ ਨੇ ਇਟੈਲੀਅਨ ਕੁੜੀ ਨਾਲ ਕਰਾਇਆ, ਕਿ ਗੋਰੀ ਨਾਲ ਕਰਾਇਆ। ਈਵਨ ਕਈਆਂ ਮੈਂ ਜਾਣਦਾ ਬਹੁਤ ਸਾਰੇ, ਕਈਆਂ ਕੁੜੀਆਂ ਨੇ ਕਾਲਿਆਂ ਨਾਲ ਕਰਾਇਆ। ਸੋ ਪਰ ਜਿਹੜਾ ਮਾਈਂਡ ਸੈਟ ਹੈ ਸਾਰਾ ਜੇ ਵੀ ਕਿਤੇ ਨਾ ਕਿਤੇ ਜਿਹੜੀ ਦੂਸਰੀ ਤੀਸਰੀ ਜਨਰੇਸ਼ਨ ਹੁੰਦੀ ਹੈ ਉਹ ਦੈਟ ਵਿਲ ਬੀ ਮਿਕਸਡ। ਨਹੀਂ, ਪਰ ਐਕਸੈਪਟੇਬਿਲਿਟੀ ਇਹਦੀ ਕਿੰਨੀ ਕਿਆ ਮਤਲਬ ਜਿਸ ਤਰ੍ਹਾਂ ਅੱਜ ਵੀ ਸਾਡੇ ਸਮਾਜ 'ਚ ਆ, ਜੇ ਕੋਈ ਲੜਕਾ ਸਾਡਾ ਗੋਰੀ ਲੜਕੀ ਵਿਆਹ ਕੇ ਲੈ ਆਵੇ ਤੇ ਕਿਸੇ ਹੱਦ ਤੱਕ ਸੈਟਿਸਫੈਕਸ਼ਨ ਜੀ ਹੁੰਦੀ ਆ ਵੀ ਗੋਰੀ ਨਾਲ ਵਿਆਹ ਕਰਾਇਆ। ਜਦੋਂ ਆਪਣੀ ਬੇਟੀ ਇਹ ਡਿਸੀਜਨ ਲੈ ਕੇ ਮੈਂ ਕਾਲੇ ਨਾਲ ਵਿਆਹ ਕਰਾਉਣਾ ਤੇ ਫਿਰ ਅਸੀਂ ਕਿੰਨੀ ਕੁ ਨੂੰ ਐਕਸੈਪਟ ਕਰਦੇ ਹਾਂ। ਯਾਨੀ ਕਿ ਇਹ ਜਿਹੜਾ ਡੈਮੋਗ੍ਰਾਫਿਕ ਫੈਕਟਰ ਦੀ ਗੱਲ ਇਹਦੇ ਨਾਲ ਵੀ ਆ, ਕਿਉਂਕਿ ਸਾਡੇ ਕਲਚਰ ਰਿਲੇਟਡ ਪ੍ਰੋਬਲਮ ਵੀ ਸ਼ੁਰੂ ਹੋ ਜਾਂਦੀਆਂ ਨੇ ਕਿਤੇ ਨਾ ਕਿਤੇ। ਇਹ ਬਿਲਕੁਲ ਠੀਕ ਹੈ ਜੀ ਤੁਹਾਡੀ ਗੱਲ, ਇਹਨੂੰ ਅਸੀਂ ਹਾਈਡ ਨਹੀਂ ਕਰਨਾ ਚਾਹੁੰਦੇ, ਕਿਉਂਕਿ ਅਸੀਂ ਉਸ ਕੰਟਰੀ 'ਚੋਂ ਆਏ ਹਾਂ ਜਿੱਥੇ ਸਭ ਤੋਂ ਵੱਧ ਡਿਸਕ੍ਰਿਮੀਨੇਸ਼ਨ ਹੈ। ਦੇਖੋ ਆਪਣੇ ਇੱਕੋ ਹੀ ਤਰ੍ਹਾਂ ਇੱਕ ਪਿੰਡ ਦੇ ਵਿੱਚ ਜਿਹੜੇ ਆ ਧਰਮੀ ਆ, ਇੱਕੋ ਹੀ ਤਰ੍ਹਾਂ ਅਸੀਂ ਬੰਦੇ ਸਾਰੇ ਪੈਦਾ ਹੁੰਦੇ ਆ। ਇੱਕ ਸਕਿਨ ਆ, ਇੱਕ ਬੋਲੀ ਆ, ਇੱਕ ਕਲਚਰ ਆ, ਇੱਕ ਸੱਭਿਆਚਾਰ ਆ। ਸਭ ਕੁਝ ਹੋਣ ਦੇ ਬਾਵਜੂਦ ਅਸੀਂ ਉੱਥੇ ਕਿੰਨੀ ਕਾਸਟ ਸਿਸਟਮ ਆ,
ਆ ਜੀ ਜੱਟ ਆ ਜੀ ਤਰਖਾਣ ਆ ਜੀ ਆ ਧਰਮੀ ਆ ਜੀ ਫਲਾਨਾ ਬਾਲਮੀਕੀ ਆ, ਅਸੀਂ ਉਸ ਸੁਸਾਇਟੀ 'ਚੋਂ ਆਏ ਆ। ਸੋ ਉਹਦਾ ਇੰਪੈਕਟ ਸਾਡੇ 'ਤੇ ਇੱਥੇ ਆ। ਇੱਥੇ ਅਸੀਂ ਜੇ ਮੁੰਡੇ ਨੇ ਕਿਸੇ ਨੇ ਗੋਰੀ ਨਾਲ ਵਿਆਹ ਕਰਾ ਲਿਆ ਜਾਂ ਕੁੜੀ ਨੇ ਗੋਰੇ ਨਾਲ ਵਿਆਹ ਕਰਾ ਲਿਆ, ਉਹ ਤਾਂ ਐਕਸੈਪਟ ਕਰਦੇ ਆ। ਪਰ ਜੇ ਕਿਸੇ ਨੇ ਇਟੈਲੀਅਨ ਵਗੈਰਾ ਵੀ ਕਰਾਇਆ, ਉਹ ਵੀ ਐਕਸੈਪਟਡ ਹੈ। ਪਰ ਜੇ ਕਿਸੇ ਨੇ ਕਾਲੇ ਦੇ ਨਾਲ ਕੁੜੀ ਕੋਲ ਚਲੇ ਗਈ ਜਾਂ ਮੁੰਡਾ ਕੋਈ ਕਿਸੇ ਨੇ, ਪਹਿਲਾਂ ਤਾਂ ਮੈਂ ਦੇਖਿਆ ਨਹੀਂ ਅੱਜ ਤੱਕ ਕੋਈ ਮੁੰਡਾ ਕਿਸੇ ਕਾਲੀ ਦੇ ਨਾਲ ਗਿਆ, ਬਹੁਤ ਘੱਟ ਹੈ। ਹਾਂਜੀ, ਬਹੁਤ ਘੱਟ ਹੈ। ਮਤਲਬ ਆਪਣੀ ਕਮਿਊਨਿਟੀ 'ਚ ਐਟਲੀਸਟ ਆਪਾਂ ਨੂੰ ਆਪ ਨਹੀਂ ਪਤਾ ਕਿਸੇ ਨੂੰ। ਅਜੇ ਗੋਰੇ ਵੇਖਦੇ ਆਪਾਂ, ਐਗਜ਼ੈਕਟਲੀ, ਕਿਉਂਕਿ ਉਹਨਾਂ ਦਾ ਮਾਈਂਡ ਸੈਟ ਲੱਗ ਗਿਆ, ਗੋਰਿਆਂ ਨਾਲ ਕਾਲੀਆਂ ਲੜਕੀਆਂ ਦੇ ਵਿਆਹ ਵੇਖੇ ਅਸੀਂ। ਪਰ ਇੱਕ ਮੈਂ ਚੇਂਜ ਦੇਖੀ ਹੈ, ਈਵਨ ਜਿਹੜੇ ਸਾਡੇ ਵੀ ਮੁੰਡੇ ਕੁੜੀਆਂ ਦੇ ਵਿੱਚ ਇਹ ਤਬਦੀਲੀ ਦੇਖੀ ਆ ਕਿ ਇਹ ਜਿਹੜੇ ਦੇਖੋ ਅਸੀਂ ਉੱਥੋਂ ਜਿਹੜੇ ਅਸੀਂ ਆਏ ਆ, ਅਸੀਂ ਇੱਥੇ ਆ ਕੇ ਵੀ ਵੰਡੀਆਂ ਪਾਈਆਂ। ਅਸੀਂ ਇੱਥੇ ਆ ਕੇ ਵੀ ਗੁਰਦੁਆਰੇ, ਜੱਟਾਂ ਦੇ ਗੁਰਦੁਆਰੇ ਵੱਖਰੇ ਆ, ਬਾਲਮੀਕੀਆਂ ਦੇ ਵੱਖਰੇ ਆ, ਦੂਸਰਿਆਂ ਦੇ ਰਾਮਗੜੀਆਂ ਦੇ ਵੱਖਰੇ ਆ। ਪਰ ਜਿਹੜੇ ਬੱਚੇ ਆ ਉਹਨਾਂ ਨੂੰ ਕੋਈ ਫਰਕ ਨਹੀਂ। ਈਵਨ ਮੈਂ ਉਹਨਾਂ ਨੂੰ ਫਰਕ ਇਸ ਕਰਕੇ ਨਹੀਂ, ਗੁਰਦੁਆਰੇ ਜਾਂਦੇ ਹੀ ਨਹੀਂ। ਇਹ ਵੀ ਇੱਕ ਕਾਰਨ ਹੋ ਸਕਦਾ। ਅੱਛਾ ਚਲੋ ਅਸੀਂ ਥੋੜਾ ਜਿਹਾ ਦੂਜੇ ਪਾਸੇ ਚੱਲ ਗਏ, ਸੋਸ਼ਲ ਇਹਦੇ ਜਿਹੜੇ ਵਾਲੇ ਪਾਸੇ, ਆਪਾਂ ਇਕਨੋਮੀ ਵੱਲ ਵਾਪਸ ਆਉਂਦੇ ਆ। ਅੱਛਾ, ਜਿਹੜੀ ਇਕਨੋਮੀ ਦੀ ਆਪਾਂ ਗੱਲ ਕਰ ਰਹੇ ਹਾਂ ਕਿ ਪਾਪੂਲੇਸ਼ਨ ਦੇ ਘਟਣ ਨਾਲ ਉਹਦੇ ਬੈਡ ਇਫੈਕਟਸ ਨੇ, ਤੇ ਇੰਡੀਆ ਦੇ ਮਾਮਲੇ 'ਚ ਥੋੜਾ ਜਿਹਾ ਦੂਜਾ ਪੱਖ ਵੀ ਅਸੀਂ ਵੇਖਿਆ। ਪਰ ਇੰਡੀਆ ਦੇ ਮਾਮਲੇ 'ਚ ਵੀ ਇਹ ਕਿਹਾ ਜਾ ਰਿਹਾ ਕਿ ਇਸ ਵੇਲੇ ਦੁਨੀਆ ਦਾ ਇੱਕ ਵੱਡਾ ਬਾਜ਼ਾਰ ਹੈ, ਤੇ ਜਿਹੜਾ ਮੱਧ ਵਰਗ ਹੈ, ਇਕਨੋਮੀ ਥੋੜੀ ਜਿਹੀ ਤੇ ਜਿੱਦਾਂ ਦੀ ਮਰਜ਼ੀ ਆ, ਉੱਥੇ ਸਿਸਟਮ ਜਿੱਦਾਂ ਦਾ ਮਰਜ਼ੀ ਆ, ਉਹਦੇ ਬਾਵਜੂਦ ਵੀ ਹਿੰਦੁਸਤਾਨ ਦੇ ਵਿੱਚ ਡਿਵੈਲਪਮੈਂਟ ਤੇ ਥੋੜੀ ਬਹੁਤੀ ਹੋਈ ਆ। ਅਸੀਂ ਮਤਲਬ ਕੱਚੇ ਘਰਾਂ ਤੋਂ ਪੱਕਿਆਂ ਤੇ ਆਏ, ਸਾਈਕਲਾਂ ਤੋਂ ਸਕੂਟਰਾਂ ਤੇ ਆਏ, ਕਾਰਾਂ ਤੇ ਆਏ, ਤੇ ਕਿਤੇ ਨਾ ਕਿਤੇ ਪਰਚੇਜਿੰਗ ਪਾਵਰ ਲੋਕਾਂ ਦੀ ਵਧੀ ਆ, ਆਮ ਘਰਾਂ ਦੀ, ਤੇ ਉਹਨੂੰ ਸਾਰੀ ਦੁਨੀਆ ਬਾਜ਼ਾਰ ਦੀ ਨਜ਼ਰ ਨਾਲ ਵੇਖਦੀ ਆ, ਜਿਹਦਾ ਕਰਕੇ ਸਰਵਾਈਵਲ ਇੰਡੀਆ ਵਰਗੇ ਮੁਲਕ ਦੀ ਵੀ ਹੋ ਰਹੀ। ਹਾਲਾਂਕਿ ਉਹ ਗਰੀਬੀ ਦੇ ਵਿੱਚ ਅੱਜ ਵੀ ਕੱਲ ਪਰਸੋਂ ਅੰਕੜਾ ਆਇਆ ਸੀਗਾ ਕਿ ਅਫਗਾਨਿਸਤਾਨ ਪਾਕਿਸਤਾਨ ਦੇ ਨਾਲ, ਪਾਕਿਸਤਾਨ ਵੀ ਸ਼ਾਇਦ ਬਿਹਤਰ ਸਥਿਤੀ 'ਚ ਆ ਸਾਡੇ ਨਾਲੋਂ, ਮਤਲਬ ਗਰੀਬੀ ਦੀ ਹਾਲਤ ਵਿੱਚ ਸਾਡੀ ਪੋਜੀਸ਼ਨ ਇਹ ਆ। ਕੱਲ ਪਰਸੋਂ ਹੀ ਅਜੇ ਅੰਕੜੇ ਦੇਖੇ ਹੋਣੇ ਤੁਸੀਂ, ਉਹ ਅੰਕੜੇ 113ਵੇਂ 14ਵੇਂ ਨੰਬਰ ਤੇ ਅਸੀਂ ਤੁਰੇ ਫਿਰਦੇ ਆ। 140 45 ਸ਼ਾਇਦ ਸਾਰੇ ਮੁਲਕ ਨੇ, ਤੇ ਕੁਝ ਕੀ ਮੁਲਕ ਸਾਡੇ ਤੋਂ ਪਿੱਛੇ ਰਹਿ ਗਏ ਹੋਣਗੇ। ਮਤਲਬ ਤੇ ਹਾਲਾਤ ਇਦਾਂ ਦੇ ਆ। ਇਹਦੇ ਬਾਵਜੂਦ ਜਦੋਂ ਅਸੀਂ ਇਕਨੋਮੀ ਦੀ ਗੱਲ ਕਰਦੇ ਆ, ਤੇ ਫਿਰ ਇਹ ਇਕਨੋਮੀ ਨੂੰ ਕੰਟਰੋਲ ਕਰਨਾ ਕਿਤੇ ਨਾ ਕਿਤੇ ਸਾਡੇ ਵਾਸਤੇ ਹੈ ਨਹੀਂ ਸਰ। ਉਹ ਤੇ ਜਿਹੜੀਆਂ ਪਾਲਿਸੀ ਨੇ ਲੌਂਗ ਟਰਮ ਸਰਕਾਰਾਂ ਦੀਆਂ, ਉਹਨਾਂ ਨੇ ਵੇਖਣੀਆਂ। ਤੇ ਵਰਲਡ ਲੈਵਲ ਤੇ ਮੈਂ ਇੱਕ ਕਿਤਾਬ ਪੜ੍ਹ ਰਿਹਾ ਸੀ, ਵਾਈ ਸਮ ਕੰਟਰੀ ਆਰ ਰਿਚ ਐਂਡ ਵਾਈ ਸਮ ਆਰ ਸੋ ਪੂਅਰ। ਤੇ ਉਹਦੇ ਵਿੱਚ ਜੇ ਵੇਖੀਏ ਤੇ ਸਾਰਾ ਪੋਲੀਟੀਕਲ ਢਾਂਚਾ ਜਿਹੜਾ ਉਹ ਜ਼ਿੰਮੇਵਾਰ ਹੈ ਉਸ ਸਿਸਟਮ ਲਈ। ਬਿਲਕੁਲ ਤੁਹਾਡੀ ਗੱਲ ਕਰੈਕਟ ਹੈ ਜੀ। ਇਹ ਸਾਰੇ ਵਰਲਡ ਦੇ ਵਿੱਚ ਇਹ ਹੋ ਰਿਹਾ। ਪਹਿਲਾਂ ਤਾਂ ਮੈਂ ਫਿਗਰਾਂ G20 ਦੀ ਮੀਟਿੰਗ ਹੋਈ ਆ ਪਿਛਲੇ ਵੀਕ ਇੱਥੇ, ਔਰ ਉਹਦੇ 'ਚ ਮੈਂ ਆਈ ਰੀਅਲੀ ਸਰਪ੍ਰਾਈਜ਼ ਟੂ ਹੀਅਰ ਇੰਡੀਆ ਦੀ ਫਾਈਨਾਂਸ ਮਿਨਿਸਟਰ ਕੀ ਹੈ ਸੀਤਾਰਮਨ, ਹਾਂਜੀ, ਉਹ ਬੋਲਦੀ ਸੀ। ਉਹ ਕਹਿੰਦੀ ਜੀ ਇੰਡੀਆ ਦੀ ਜਿਹੜੀ ਗਰੋਥ ਹੈ ਅਗਲੇ ਸਾਲ 8.5% ਹੋਊ, ਇਸ ਸਾਲ 7.5% ਹੋਊ। ਐਂਡ ਮੋਦੀ ਐਡਰੈਸ ਕਰਦਾ 8.5% ਮੌਜੂਦਾ ਦੌਰ 'ਚ ਹੈ, ਤੇ ਅਗਲੇ ਸਾਲ 9.5% ਐਕਸਪੈਕਟ ਕਰਦੇ ਨੇ, ਜਿੱਦਾਂ ਸੀਤਾਰਮਨ ਦਾ ਬਿਆਨ ਸੀਗਾ। ਮੈਂ ਖਬਰੇ ਚੈੱਕ ਕੀਤੀ ਸੀਗੀ। ਹਾਂਜੀ, ਮੋਦੀ ਨੇ ਬੋਲ ਦਿੱਤਾ। ਹਾਂਜੀ, ਮੋਦੀ ਨੇ ਕਿਹਾ 9.5%। ਤੇ ਜਦੋਂ ਸਾਰਾ ਕੁਝ ਵੇਚ ਕੇ ਪੈਸਾ ਇਕੱਠਾ ਕਰ ਲੈਣਾ, ਤੇ ਉਹ ਕਿਤੇ ਨਾ ਕਿਤੇ ਤੇ ਫਿਗਰ 'ਚ ਆਏਗਾ ਹੀ ਨਾ ਜੀ। ਆਈ ਡੋਂਟ ਨੋ। ਪਹਿਲਾਂ ਤਾਂ ਜਿਹੜੇ ਪੋਲੀਟੀਸ਼ੀਅਨ ਆ, ਇਹਨਾਂ ਦੀ ਕ੍ਰੈਡੀਬਿਲਿਟੀ, ਇਟਸ ਅ ਮੈਟਰ ਆਫ ਕ੍ਰੈਡੀਬਿਲਿਟੀ। ਕਿਉਂਕਿ ਤੁਹਾਨੂੰ ਪਤਾ ਵੀ ਮੈਂ ਆਮ ਏ ਸਟੂਡੈਂਟ ਆਫ ਇਕਨੋਮਿਕਸ ਟੂ। ਮੈਨੂੰ ਨਹੀਂ ਲੱਗਦਾ ਵੀ ਜਿਹੜੀ ਇੰਨੀ ਗਰੋਥ ਇੰਡੀਆ ਦੀ ਹੋਏਗੀ। ਇਸ ਵੇਲੇ ਇੰਡੀਆ ਇਜ਼ ਸਟਰਗਲਿੰਗ। ਇੰਡੀਆ ਸੋਸ਼ਲ ਤੌਰ ਤੇ ਉੱਥੇ ਕਿੰਨਾ ਯੂ ਮੀਨ ਇਟਸ ਆਲ ਮੈਨੀਪੂਲੇਸ਼ਨ, ਆਲ ਥਿੰਗਸ ਆਰ ਮੈਨੀਪੂਲੇਸ਼ਨ। ਦੈਟਸ ਰਾਈਟ। ਲੁੱਕ ਐਟ ਉੱਥੇ ਕ੍ਰਾਈਸਿਸ ਆਫਟਰ ਕ੍ਰਾਈਸਿਸ, ਫਾਰਮਰਸ ਦਾ ਕ੍ਰਾਈਸਿਸ, ਉਹ ਤੋਂ ਬਾਅਦ ਹੁਣ ਬਿਜਲੀ ਦਾ ਕ੍ਰਾਈਸਿਸ, ਕੱਟ ਲੱਗਣੇ, ਕੋਲੇ ਦਾ ਕ੍ਰਾਈਸਿਸ ਹੋ ਗਿਆ, ਕੋਲੇ ਦਾ ਕ੍ਰਾਈਸਿਸ। ਐਂਡ ਇਹ ਜਿਹੜੀ ਇੰਡਸਟਰੀ ਆ ਕਿੰਨੀ ਫਲਰਿਸ਼ ਹੋਊ। ਐਂਡ ਜਿਹੜੀ ਹਿੰਦੁਸਤਾਨ ਦੀ ਗਵਰਨਮੈਂਟ ਹੈ, ਉਹਨਾਂ ਨੇ ਇੱਕੋ ਕੰਮ ਕੀਤਾ ਹੈ। ਉਹਨਾਂ ਨੇ ਮਿਨਿਸਟਰਾਂ ਦੀ ਦੌੜ ਲੱਗੀ ਆ ਕਿ ਜਿਹੜੀ ਕੋਈ ਗਵਰਨਮੈਂਟ ਦੀ ਕੋਈ ਚੀਜ਼ ਹੈਗੀ ਆ, ਉਹਨੂੰ ਪ੍ਰਾਈਵੇਟ ਹੱਥਾਂ 'ਚ ਕਿੱਦਾਂ ਵੇਚੀਏ। ਨੇਮ ਵਨ ਆਫਟਰ ਦੀ ਏਅਰਪੋਰਟ ਕੀ ਹੋਈ, ਰੇਲਵੇ ਕੀ ਹੋਈ, ਕਿ ਨੇਮ ਐਨੀ ਇੰਡਸਟਰੀ, ਉਹ ਸਾਰੀ ਸੇਲ 'ਤੇ ਆ। ਜਾਂ ਆਨੀ ਤੇ ਅਡਾਨੀ, ਉਹਨਾਂ ਨੇ ਉਹ ਸਾਰੇ ਖਰੀਦੀ ਜਾ ਰਹੇ ਆ। ਐਂਡ ਇੱਕ ਹੋਰ ਮੈਂ ਰਿਪੋਰਟ ਪੜ੍ਹੀ, ਟਾਟਾ ਨੇ ਖਰੀਦ ਲਿਆ ਜੀ ਏਅਰ ਇੰਡੀਆ। ਇੱਕ ਹੋਰ ਮੈਂ ਰਿਪੋਰਟ ਪੜ੍ਹੀ, ਉਹ ਜਿਹੜੀ ਪਿਛਲੇ ਵੀਕ ਪੰਡੋਰਾ। ਹਾਂਜੀ, ਉਹ ਮੈਂ ਕੁਐਸਚਨ ਤੁਹਾਨੂੰ ਕਰਨਾ ਸੀ ਅੱਗੇ ਚੱਲ ਕੇ। ਮੈਂ ਇਹ ਕੁਐਸਚਨ ਸੋਚ ਰਿਹਾ ਸੀਗਾ ਵੀ ਕਿੱਥੇ ਤੇ ਇੱਕ ਪਾਸੇ ਲੋਕਾਂ ਨੂੰ ਸਰਵਾਈਵਲ ਦਾ ਮਸਲਾ, ਕਿ ਰੋਟੀ ਰੋਜ਼ੀ ਦੀ ਤਰਲੇ ਲੈ ਰਹੇ ਕਿ ਪੂਰੀ ਹੋ ਜਾਏ, ਕਿੰਨੀ ਗਰੀਬੀ ਆ। ਦੂਜੇ ਪਾਸੇ ਕੁਝ ਰਿਚ ਲੋਕ ਇਹੋ ਜਿਹੇ ਜਿਨ੍ਹਾਂ ਨੂੰ ਪੈਸੇ ਰੱਖਣ ਲਈ ਜਗ੍ਹਾ ਨਹੀਂ ਲੱਭ ਰਹੀ। ਵੈਲ ਦਿਸ ਇਜ਼ ਵਰਲਡ, ਦਿਸ ਇਜ਼ ਵਾਟ ਇਟ ਇਜ਼। ਕਿਤਾਬ 2016 'ਚ ਪਨਾਮਾ 'ਚ ਇਹ ਬਾਈ ਮਿਸਟੇਕ ਉਦੋਂ ਲੀਕ ਹੋਇਆ ਸੀ, ਔਰ ਉਹਦਾ ਵਰਲਡ ਦੇ ਵਿੱਚ ਬੜਾ ਪਟਾਕਾ ਪਿਆ, ਬੜਾ ਵਰਲਡ ਵਾਜ਼ ਸ਼ੌਕਡ। ਪਹਿਲੀਆਂ 'ਚ ਹੁੰਦਾ ਸੀ ਸਵਿਟਜ਼ਰਲੈਂਡ,
ਉਹ ਕਹਿੰਦੇ ਸੀ ਵੀ ਪੈਸੇ ਲਿਆਓ ਜਿੰਨੇ ਮਰਜ਼ੀ ਲਿਆਓ, ਅਸੀਂ ਵੀ ਡੋਂਟ ਕੇਅਰ, ਸੀਕ੍ਰੇਟ ਰੱਖਾਂਗੇ। ਸੀਕ੍ਰੇਟ ਰੱਖਾਂਗੇ। ਹੁਣ ਉਹ ਸਵਿਟਜ਼ਰਲੈਂਡ ਦੇ ਬੇਸ ਦੇ ਉੱਤੇ ਹੋਰ ਬਹੁਤ ਸਾਰੇ ਕੰਟਰੀਆਂ ਨੇ ਕਹਿਣਾ ਸ਼ੁਰੂ ਕਰਤਾ, ਜਿੱਦਾਂ ਹੁਣ ਪਨਾਮਾ ਲੀਕ ਪਨਾਮਾ ਤੋਂ ਹੋਇਆ, ਐਂਡ ਪਨਾਮਾ ਦੀ ਜਿਹੜੀ ਸਰਕਾਰ ਹੈ ਉਹਨਾਂ ਨੇ ਕਿਹਾ ਹੈ ਵੀ ਖੁਦ ਹੀ ਕੰਟਰੋਲ ਕਰ ਰਹੇ ਹੋ। ਦੈਟਸ ਰਾਈਟ। ਆ ਜਿਹੜਾ ਹੁਣ ਪੰਡੋਰਾ ਪੇਪਰ ਨੇ ਹੁਣ ਜਿਹੜਾ ਬਾਹਰ ਆਈ ਹੈ ਲੀਕ ਆਊਟ ਕੀਤਾ, 117 ਕੰਟਰੀਆਂ ਦੇ ਐਂਡ 117 ਕੰਟਰੀਆਂ ਦੇ 600 ਜਰਨਲਿਸਟ ਸੀ ਤੇ 150 ਆਊਟਲੈਟ, 117 ਕੰਟਰੀਆਂ ਦੇ ਜਰਨਲਿਸਟ। ਇਹਨਾਂ ਨੇ ਕਿੰਨੀ 5000 ਨਾ 50000 ਜਿਹੜੀਆਂ ਫੋਟੋਆਂ ਖਿੱਚੀਆਂ, ਸਾਰੇ ਫੋਨ ਵਗੈਰਾ ਡਿਟੈਕਟ ਕੀਤੇ। ਕੈਨ ਯੂ ਇਮੈਜਿਨ, ਯੂ ਸ਼ੌਕਡ। ਜਿਹੜੇ ਪੋਲੀਟੀਸ਼ੀਅਨਸ, ਹੁਣ ਦੇ ਪੋਲੀਟੀਸ਼ੀਅਨਸ ਐਂਡ ਫਾਰਮਰ ਪੋਲੀਟੀਸ਼ੀਅਨਸ, ਉਹਨਾਂ ਦੇ ਉੱਥੇ ਪੈਸੇ, ਬਿਜ਼ਨਸਮੈਨਾਂ ਦੇ ਪੈਸੇ, ਤੁਹਾਡੇ ਅਮਿਤਾਭ ਬੱਚਨ ਦੇ ਪੈਸੇ, ਤੁਹਾਡੇ ਅਡਾਨੀ ਅੰਬਾਨੀ ਦੇ ਪੈਸੇ। ਉਹ ਤੋਂ ਬਾਅਦ ਫਿਰ ਤੁਹਾਨੂੰ ਯਾਦ ਹੋਊਗਾ ਟੋਨੀ ਬਲੇਅਰ, ਇੰਗਲੈਂਡ ਦਾ ਜਿਹੜਾ ਪ੍ਰਾਈਮ ਮਿਨਿਸਟਰ ਜੀ, ਕਿੰਨਾ ਉਹ ਪਾਪੂਲਰ ਪ੍ਰਾਈਮ ਮਿਨਿਸਟਰ ਸੀ, ਉਹਨੇ ਵੀ ਬਾਹਰ ਰੱਖੇ ਆ। 8.8 ਮਿਲੀਅਨ ਡਾਲਰਸ ਉਹਦੇ ਬਾਹਰ ਪਏ ਆ। ਐਂਡ ਜਿਹੜਾ ਉਹ ਰਿਪੋਰਟ ਨਹੀਂ ਕਰ ਰਿਹਾ, 400,000 ਏ ਈਅਰ ਜਿਹੜਾ ਟੈਕਸ ਉਹ ਬਚਾ ਰਿਹਾ। ਐਂਡ ਈਵਨ ਅਮਰੀਕਾ ਦੇ ਵਿੱਚ ਵੀ ਟੈਕਸਿਸ ਵਿੱਚ 81 ਅਕਾਊਂਟਸ ਹੈ ਇੱਦਾਂ ਦੇ ਜਿਹੜੇ ਵੱਖਰੇ ਵੱਖਰੇ ਕੰਟਰੀ ਖੋਲ੍ਹੇ ਆ। ਸਾਡੇ ਕੰਟਰੀ ਦੇ ਖੁਦ ਨਾਂ ਬੜੇ ਲੋਕਾਂ ਦੇ ਹੈ ਜੀ, ਕੈਨੇਡੀਅਨ ਲੋਕਾਂ ਦੇ ਨਾਮ ਵੀ ਇਹਦੇ ਵਿੱਚ। ਅੱਛਾ, ਜਿਹੜੇ ਵਰਲਡ ਦੀਆਂ ਬਿਗ ਪਰਸਨੈਲਿਟੀਜ਼ ਆ, ਜਿਹੜਾ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਆ ਹੁਣ ਇਮਰਾਨ ਖਾਨ, ਉਹਦਾ ਵੀ ਅਕਾਊਂਟ ਹੈ ਬਾਹਰ, ਰਾਈਟ। ਟੋਨੀ ਬਲੇਅਰ। ਉਹ ਤੋਂ ਬਾਅਦ ਫਿਰ ਜਿਹੜਾ ਜਾਰਡਨ ਦਾ ਕਿੰਗ ਆ, ਜਾਰਡਨ ਦਾ ਕਿੰਗ ਨੇ ਅਮਰੀਕਾ ਤੇ ਬ੍ਰਿਟੇਨ ਵਿੱਚ 204 ਬਿਲੀਅਨ ਡਾਲਰ ਦੀਆਂ ਪ੍ਰਾਪਰਟੀਆਂ ਉਹਦੇ ਕੋਲ। ਆ ਪਿੱਛੇ ਜਿਹਾ ਇੱਕ ਵਿਲਾ ਲਿਆ ਇੱਥੇ ਕੈਲੀਫੋਰਨੀਆ ਦੇ ਵਿੱਚ। ਐਂਡ ਜਦੋਂ ਕਿ ਉਹਦੇ ਆਪਣੇ ਹੁਣ ਆਪਣੀ ਕੰਟਰੀ ਵਿੱਚ ਉਹਦਾ ਮੇਰਾ ਖਿਆਲ ਕਜ਼ਨ ਬ੍ਰਦਰ ਜਿਹੜਾ ਕਰਪਸ਼ਨ ਦੇ ਖਿਲਾਫ ਫਾਈਟ ਕਰ ਰਿਹਾ। ਇਕੱਲਾ ਉਹੀ ਨਹੀਂ, ਹੋਰ ਬਹੁਤ ਸਾਰੇ ਆ। ਮੇਰੇ ਕੋਲ ਤਾਂ ਬੜੀ ਲੰਬੀ ਚੌੜੀ ਲਿਸਟ ਆ ਪਈ। ਜਾਰਡਨ ਦਾ ਕਿੰਗ ਆ, ਟੋਨੀ ਬਲੇਅਰ ਆ, ਫਿਰ ਪੁਟਨ, ਅੱਛਾ ਰਸ਼ੀਆ ਦਾ ਪ੍ਰੈਜ਼ੀਡੈਂਟ, ਉਹਦਾ ਸਾਰੇ ਆਲ ਓਵਰ ਦੀ ਵਰਲਡ, ਪਲੱਸ ਰਸ਼ੀਆ ਦੇ ਵਿੱਚ ਉਹਦਾ ਬੜਾ ਕੁਛ ਹੈ। ਇਹ ਮੈਨੂੰ ਆਈ ਕੁਡ ਨਾਟ ਅੰਡਰਸਟੈਂਡ ਦਿਸ। ਈਵਨ ਆ ਬਹੁਤ ਸਾਰੇ ਕੈਨੇਡੀਅਨਸ ਦੇ ਵੀ ਨਾਂ ਆਉਂਦੇ ਆ, ਪਰ ਹਾਲੇ ਤੱਕ ਕਿਸੇ ਪੋਲੀਟੀਸ਼ੀਅਨ ਦਾ ਨਾਂ ਨਹੀਂ ਸੁਣਿਆ। ਇਹਨੂੰ ਪਾਰਲੀਮੈਂਟ ਵਿੱਚ ਮੇਰੇ ਖਿਆਲ NDP ਤੇ ਬਲਾਕ ਕਿਊਬਕ ਬੜੀ ਅਗਰੈਸਿਵਲੀ ਇਹਨੂੰ ਪਰਸੂ ਕਰ ਰਿਹਾ। ਪਾਰਲੀਮੈਂਟ ਖੁੱਲ੍ਹਦੀ ਹੈ ਤੇ ਜ਼ਰੂਰ ਇਹ 'ਤੇ ਚਰਚਾ ਵੀ ਹੋਏਗੀ, ਤੁਹਾਨੂੰ ਲੱਗਦਾ? ਉਹਨੇ ਜਗਮੀਤ ਨੇ ਕਿਹਾ ਕਿ ਅਸੀਂ ਇਹਦੇ 'ਤੇ ਕੁਐਸਚਨ ਕਰਾਂਗੇ ਜੀ। ਅੱਛਾ, ਚਲੋ ਥੋੜ੍ਹਾ ਜਿਹਾ ਹੁਣ ਆਪਾਂ ਇਕੋਨਮੀ ਤੋਂ ਹਟ ਕੇ ਇੱਕ ਸਮੱਸਿਆ ਜਿਹੜੀ ਅਸੀਂ ਫੇਸ ਕਰ ਰਹੇ ਹਾਂ, ਕਿਉਂਕਿ ਸਾਡਾ ਪਿਛੋਕੜ ਪੰਜਾਬ ਦਾ ਆ ਤੇ ਪੰਜਾਬ ਦੇ ਲੋਕ ਜਿਹੜੇ ਆ ਉਹ ਲੀਡ ਕਰ ਰਹੇ ਨੇ ਕਿਸਾਨ ਮੂਵਮੈਂਟ ਨੂੰ। ਉੱਦਾਂ ਤੇ ਸਾਰਾ ਹਿੰਦੁਸਤਾਨ ਹੀ ਹੁਣ ਇਸ ਵੇਲੇ ਉਹਦੇ ਵਿੱਚ ਹੌਲੀ ਹੌਲੀ ਸ਼ਾਮਲ ਹੋ ਰਿਹਾ ਤੇ ਕਿਤੇ ਨਾ ਕਿਤੇ ਸਰਕਾਰੀ ਤੌਰ 'ਤੇ ਪੰਜਾਬ ਨੂੰ ਸਬਕ ਸਿਖਾਉਣ ਲਈ ਵੀ ਕੁਝ ਕੀਤਾ ਜਾਂਦਾ। ਤੇ ਇੱਕ ਲੇਟੈਸਟ ਖਬਰ ਚੱਲ ਰਹੀ ਸੀ, BSF ਦਾ ਅਧਿਕਾਰ ਖੇਤਰ ਵਧਾਇਆ ਗਿਆ 50 ਕਿਲੋਮੀਟਰ। ਮੈਂ ਤੁਹਾਡੇ ਕਮੈਂਟ ਉੱਤੇ ਲੈਣਾ ਚਾਹੁੰਦਾ ਤੇ ਥੋੜ੍ਹਾ ਜਿਹਾ ਨਾਲ ਲੱਗਦਾ ਵੀ ਦੱਸ ਦਿਓ, ਕਿਉਂਕਿ ਸਮਾਂ ਆਪਣਾ ਬੜੀ ਤੇਜ਼ੀ ਨਾਲ ਮੁੱਕ ਗਿਆ, ਕਿ ਜਿਸ ਤਰ੍ਹਾਂ ਦੀਆਂ ਘਟਨਾਵਾਂ ਉੱਥੇ ਹੋ ਰਹੀਆਂ ਨੇ ਬਾਰਡਰ ਦੇ ਉੱਤੇ, ਜਿੱਥੇ ਕਿਸਾਨ ਮੋਰਚਾ ਲਾ ਕੇ ਬੈਠੇ ਨੇ। ਕਦੀ ਰੇਪ ਦਾ ਕੋਈ ਡਰਾਮਾ ਕਰ ਦਿੱਤਾ ਜਾਂਦਾ ਕਿ ਰੇਪ ਹੋ ਗਿਆ ਜੀ, ਕਿਸਾਨ ਮੂਵਮੈਂਟ ਜਿਹੜੀ ਉਹਨੂੰ ਉਹਦੇ ਨਾਲ ਜੋੜ ਦਿੰਦੇ ਆ। ਕਦੀ ਕੋਈ ਕੁੱਟਮਾਰ ਹੋਈ ਤੇ ਉਹਦੇ ਜੋੜ ਦਿੰਦੇ ਆ। ਕਦੀ ਕੋਈ ਧਰਮਾਂ ਵਾਲੀ ਗੱਲ ਦਾ ਪੰਗਾ ਪਾ ਦਿੰਦੇ ਆ 26 ਜਨਵਰੀ ਵਾਲੀ। ਤੇ ਹੁਣ ਉੱਥੇ ਇੱਕ ਕਤਲ ਹੋਇਆ ਦਿਨ ਦਿਹਾੜੇ ਤੇ ਉਹਨੂੰ ਵੀ ਧਾਰਮਿਕ ਮੁੱਦਾ ਬਣਾ ਕੇ ਤੇ ਕਿਸਾਨ ਮੂਵਮੈਂਟ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਸਾਰਾ ਕੁਝ ਕਰਕੇ ਆਪਣੇ ਕੋਲ ਟਾਈਮ ਥੋੜਾ ਕਰਕੇ ਆਪਾਂ ਲੈਟਸ ਡਿਸਕਸ ਅਬਾਊਟ BSF। ਹਾਂਜੀ, ਜਿਹੜੀ BSF ਦਾ ਪੰਜਾਬ ਵਿੱਚ ਭੇਜਣਾ। BSF ਦਾ ਦੇਖੋ, ਜਦ ਪਾਕਿਸਤਾਨ ਤੇ ਇੰਡੀਆ ਦੀ ਲੜਾਈ ਲੱਗੀ ਸੀ ਉਦੋਂ ਇੰਦਰਾ ਨੇ ਕੀਤਾ ਸੀ ਕਿ ਜਿਹੜੀ 15 ਕਿਲੋਮੀਟਰ ਹੈ ਉਹ 15 ਕਿਲੋਮੀਟਰ ਦਾ ਜ਼ੋਨ ਬਣਾਇਆ ਸੀ ਕਿ ਇੱਥੇ ਮਿਲਟਰੀ ਦਾ ਸਾਰਾ ਹੀ ਦੇਖਭਾਲ ਹੋਊਗੀ। ਪਰ ਉੱਥੇ ਦੇ ਜਿਹੜੇ ਰੈਜ਼ੀਡੈਂਟ ਸੀ, ਇੰਦਰਾ ਨੇ ਉਹਨਾਂ ਨੂੰ ਪੈਸੇ ਦੇ ਕੇ ਬਾਹਰਲੇ ਨਾਲ ਦੇ ਸ਼ਹਿਰਾਂ ਦੇ ਵਿੱਚ ਵਸਾਇਆ ਸੀ। ਔਰ ਵਾਟ ਇਜ਼ ਗੋਇੰਗ ਔਨ ਨਾਓ, ਆਈ ਥਿੰਕ ਜਿਹੜੀ BJP ਸਰਕਾਰ ਆ ਉਹ ਇੱਧਰ ਨੂੰ ਵੱਧ ਰਹੀ ਆ ਕਿ ਵਨ ਪਾਰਟੀ ਰੂਲ ਐਂਡ ਫਿਨਿਸ਼ ਦੀ ਅਪੋਜੀਸ਼ਨ। ਦੇਖੋ, 2-3 ਦਾ ਪੇਚ ਉਹ ਯੂਜ਼ ਕਰ ਰਹੇ। ਇੱਕ ਤਾਂ ਇਹ ਕਰ ਰਿਹਾ ਕਿ ਜਿਹੜੀ ਟੈਕਸਿਸ ਵਾਲੇ ਆ, ਉਹ ਜਿਹੜੀ ਏਜੰਸੀ ਆ, ਜਿਹੜੀ ਮਾੜਾ ਜਿਹਾ ਕੋਈ ਬੋਲਦਾ ਬੰਦਾ, ਕੋਈ ਪੋਲੀਟੀਸ਼ੀਅਨ ਬੋਲਦਾ ਜਾਂ ਕੋਈ ਬਿਜ਼ਨਸਮੈਨ ਬੋਲਦਾ, ਉਹਦੇ ਮਗਰ ਲਾਉਂਦੇ ਆ। ED ਵਗੈਰਾ, ਹਾਂ ED ਵਗੈਰਾ, ਰਾਈਟ। ਹਾਂਜੀ, ਅੱਛਾ, ਇੱਕ ਤਾਂ ਉੱਤੇ ਇਹ ਫਿਰ ਉਹਨੂੰ ਬੰਦੇ ਨੂੰ ਉਹਨਾਂ ਕੋਰਟਾਂ ਦੇ ਵਿੱਚ ਜਿਹਦਾ ਚੰਦੂ ਬ੍ਰਹਮ ਕੀ ਪਹਿਲਾਂ ਫਾਈਨਾਂਸ ਮਿਨਿਸਟਰ ਹੁੰਦਾ ਸੀ, ਚਿਦੰਬਰਮ, ਹਾਂ P ਚਿਦੰਬਰਮ, ਮਨਮੋਹਨ ਸਿੰਘ ਦਾ, ਹਾਂਜੀ P ਚਿਦੰਬਰਮ ਇਹਨਾਂ ਨੇ। ਐਂਡ ਹੋਰ ਬਹੁਤ ਸਾਰੇ ਤੁਹਾਨੂੰ ਪਤਾ ਉਹਦੀ ਪੋਲੀਟੀਕਲ ਬੈਕਗ੍ਰਾਉਂਡ, ਉਹ ਲੈਫਟ ਵੱਲੋਂ ਆਇਆ ਸੀ ਬੰਦਾ, ਫਿਰ ਕਾਂਗਰਸ 'ਚ ਜਾ ਕੇ ਸ਼ਾਮਲ ਹੋਇਆ ਔਰ ਉਹ ਬੰਦੇ ਦੇ ਉੱਤੇ ਕਈ ਕੁਝ ਇਹਨਾਂ ਨੇ ਬਾਅਦ 'ਚ ਕਰਤਾ।
ਦੈਟਸ ਰਾਈਟ। ਉਹ ਇਦਾਂ ਦੇ ਬਹੁਤ ਸਾਰੇ, ਇੱਕ ਤਾਂ ਇਹ ਦਾਪੇਚ ਵਰਤ ਰਹੀ ਹੈ ਬੀਜੇਪੀ, ਦੂਜਾ ਹੁਣ ਆਹ ਨਵਾਂ ਟੈਕਟਿਕਸ ਜਿਹੜਾ ਇਹਨਾਂ ਨੇ ਯੂਜ਼ ਕੀਤਾ, ਐਗਜ਼ੈਕਟਲੀ ਸੇਮ ਥਿੰਗ ਜਿਹੜਾ ਇਹਨਾਂ ਨੇ ਜੰਮੂ ਐਂਡ ਕਸ਼ਮੀਰ ਵਿੱਚ ਕੀਤਾ ਸੀ। ਮੈਨੂੰ ਤਾਂ ਸਾਨੂੰ ਤੇ ਵੀ ਸਸਪੈਕਟ ਕਿ ਦੇਖੋ ਇਸ ਵੇਲੇ ਹੁਣ ਇਹਨਾਂ ਨੇ ਪਹਿਲਾਂ 25,000 ਦਾ ਘੇਰਾ ਕੀਤਾ ਸੀ, ਹੁਣ 50,000 ਕਰਤਾ। ਇਹ ਪੰਜਾਬ, ਅੱਧਾ ਪੰਜਾਬ ਉਹਨਾਂ ਦੇ ਹਵਾਲੇ ਕਰਤਾ। ਇਹਦਾ ਦੈਟ ਵਿਲ ਇਫੈਕਟ ਔਨ ਦੀ ਇਕੋਨਮੀ, ਦੈਟ ਵਿਲ ਇਫੈਕਟ ਔਨ ਦੀ ਇੰਡਸਟਰੀ, ਦੈਟ ਵਿਲ ਇਫੈਕਟ ਔਨ ਦੀ ਜਿਹੜੀ ਸੂਬੇ ਦੀਆਂ ਸਰਕਾਰਾਂ ਦੀ ਤਾਕਤ ਆ, ਜਿਹੜੇ ਅਧਿਕਾਰ ਆ ਉਹ ਮਿਨੀਮਾਈਜ਼ ਕਰਨ ਲਈ। ਇੰਡਾਇਰੈਕਟਲੀ ਇਹ ਕਹਿ ਲਓ ਕਿ ਅਸੀਂ ਡਿਕਟੇਟਰਸ਼ਿਪ, ਇੰਡਾਇਰੈਕਟਲੀ ਇਹ ਕਹਿ ਲਓ ਕਿ ਉੱਥੇ ਗਵਰਨਰੀ ਰਾਜ। ਸੋ ਇਹ ਬਹੁਤ ਡੇਂਜਰਸ ਰੁਝਾਨ ਵੱਲ ਨੂੰ ਬੀਜੇਪੀ ਵਧ ਰਹੀ ਆ। ਉਹਦੇ ਇੱਕ ਤਾਂ ਉਹਨਾਂ ਨੂੰ ਬਹੁਤ ਚੁੱਭ ਰਿਹਾ, ਕਿਸਾਨ ਬਹੁਤ ਚੁੱਭ ਰਿਹਾ, ਕਿਉਂਕਿ ਕਿਸਾਨਾਂ ਨੇ ਨੱਕ 'ਚ ਦਮ ਕਰਕੇ ਰੱਖਤਾ। ਅੱਜ ਤੱਕ ਬੀਜੇਪੀ ਪ੍ਰਾਈਮ ਮਿਨਿਸਟਰ ਨੂੰ ਕਿਸੇ ਨੇ ਚੈਲੰਜਸ ਕੀਤਾ। ਦਿਸ ਇਜ਼ ਫਸਟ ਟਾਈਮ ਜਿਹੜਾ ਪੈਜੈਂਟਰੀ ਨੇ, ਕਿਸਾਨ ਮੂਵਮੈਂਟ ਨੇ, ਕਿਸਾਨ ਸੰਘਰਸ਼ ਨੇ ਇਹਨੂੰ ਮੋਦੀ ਨੂੰ ਚੈਲੰਜ ਕੀਤਾ, ਅਮਿਤ ਸ਼ਾਹ ਨੂੰ ਚੈਲੰਜ ਕੀਤਾ। ਐਂਡ ਚੈਲੰਜ ਨਹੀਂ ਕੀਤਾ ਬਲਕਿ ਇਹਨਾਂ ਦੀ ਡਿਕਲਾਈਨ ਹੋਣਾ ਸ਼ੁਰੂ ਹੋ ਗਿਆ। ਐਂਡ ਜਿਸ ਹਿਸਾਬ ਨਾਲ ਹੁਣ ਇਹ ਬੁਖਾਰੇ ਪਏ ਆ ਕਿ ਕਦੀ ਸੋਚਿਆ ਸੀ ਦੁਨੀਆ 'ਚ, ਕਦੀ ਈਵਨ ਅੰਗਰੇਜ਼ਾਂ ਦਾ ਰਾਜ ਵੀ ਰਿਹਾ, ਕਦੀ ਇੱਦਾਂ ਹੋਇਆ ਸੀ ਵੀ ਲੋਕਾਂ ਦੇ ਉੱਤੇ, ਪੀਸਫੁਲ ਲੋਕਾਂ ਦੇ ਉੱਤੇ, ਅਣਹਥਿਆਰੇ ਲੋਕਾਂ ਦੇ ਉੱਤੇ, ਜਿਹੜੇ ਅੰਨਦਾਤਾ ਲੋਕੀ ਆ, ਪੀਸਫੁਲ ਪ੍ਰੋਟੈਸਟ, ਉਹ ਕਹਿ ਰਹੇ ਸੀ ਸਾਡੀ ਡਿਮਾਂਡ ਲਈ, ਉਹਨਾਂ ਦੇ ਉੱਤੇ ਮਿਨਿਸਟਰ ਦੀ ਮਿਨਿਸਟਰ ਦੀ ਕਾਰ ਉਹਨਾਂ ਨੂੰ ਕੁਚਲ ਕੇ ਰੱਖ ਦੇਵੇ। ਔਰ ਫਿਰ BSF ਜਿਹੜੀ ਸੂਬਿਆਂ ਦੇ ਅਧਿਕਾਰਾਂ ਦੇ ਉੱਤੇ ਡਾਇਰੈਕਟ ਅਟੈਕ ਕਰਨਾ। ਹੁਣ ਇਹਨਾਂ ਨੇ ਇੱਕ ਨਵਾਂ ਟੈਕਟਿਕਸ ਇਹ ਕੀਤਾ, ਵੈਸਟ ਬੰਗਾਲ ਦੇ ਵਿੱਚ ਵੀ ਇਹਨਾਂ ਨੇ ਕੀਤਾ ਇੱਦਾਂ, ਔਰ ਇੱਥੇ ਪੰਜਾਬ ਦੇ ਵਿੱਚ ਵੀ ਕੀਤਾ। ਇਹਦੇ ਕੀ ਕਨਸੀਕੁਐਂਸਿਸ ਨਿਕਲਦੇ ਆ ਇਸ ਵੇਲੇ ਚੈਲੰਜ ਆ ਕੱਲੀ ਰੂਲਿੰਗ ਪਾਰਟੀ ਨੂੰ, ਕਾਂਗਰਸ ਨੂੰ ਨਹੀਂ, ਬਲਕਿ ਜਿੰਨੀਆਂ ਪੋਲੀਟੀਕਲ ਪਾਰਟੀਆਂ ਪੰਜਾਬ ਦੀਆਂ ਹੈਗੀਆਂ, ਵਿੱਚ ਅਕਾਲੀ ਪਾਰਟੀ, ਵਿੱਚ ਕਾਂਗਰਸ, ਵਿੱਚ ਆਮ ਪਾਰਟੀ, ਇਹਨਾਂ ਨੂੰ ਸਾਰਿਆਂ ਲਈ ਚੈਲੰਜ ਹੈ। ਬਜਾਏ ਇਹਦੇ ਵੀ ਕੱਲਾ ਜਾ ਕੇ ਦਿੱਲੀ ਇੱਕ ਦੂਜੇ ਦੀਆਂ ਸ਼ਿਕਾਇਤਾਂ ਲਾਉਣ, ਇੱਕ ਦੂਜੇ ਦੇ ਖਿਲਾਫ ਗੱਲਾਂ ਕਰਨ। ਐਂਡ ਇਹਨਾਂ ਨੂੰ ਸਾਰਿਆਂ ਨੂੰ ਯੂਨੀਫਾਈ ਹੋ ਕੇ, ਕਿਉਂਕਿ ਪੰਜਾਬ ਇੱਕ ਪਾਰਟੀ ਦਾ ਨਹੀਂ, ਪੰਜਾਬ ਸਾਰੇ ਪੰਜਾਬੀਆਂ ਦਾ, ਸਾਰੇ ਲੋਕਾਂ ਦਾ ਆਪਣਾ। ਫਿਰ ਇਹ ਜਿਹੜਾ ਕਨਸਟੀਟਿਊਸ਼ਨ ਦੇ ਮੁਤਾਬਕ ਜਿਹੜਾ ਅੰਬੇਦਕਰ ਹੁਣੀ ਕਨਸਟੀਟਿਊਸ਼ਨ ਬਣਾਇਆ ਸੀ, ਉਹਦੇ ਹਿਸਾਬ ਦੇ ਨਾਲ ਜਿਹੜੇ ਸੂਬਿਆਂ ਦੇ ਅਧਿਕਾਰ ਆ, ਅੱਵਲ ਤਾਂ ਸੂਬਿਆਂ ਨੂੰ ਅਧਿਕਾਰ, ਅੱਗੇ ਮਿਊਨਿਸਪੈਲਿਟੀ ਜਿੰਨੇ ਅਧਿਕਾਰ ਆ, ਬਿਲਕੁਲ ਉਹ ਕੁਝ ਨਹੀਂ ਕਰ ਫੈਡਰਲ ਢਾਂਚਾ ਨਾਂ ਦੇ ਰਹਿ ਗਿਆ ਜੀ। ਹੁਣ ਤੇ ਹੌਲੀ ਹੌਲੀ ਜਿਹੜੀਆਂ ਸੰਵਿਧਾਨਕ ਸੰਸਥਾਵਾਂ ਉਹਨਾਂ ਦਾ ਵੀ ਤਬਾਹੀ ਹੋ ਗਈ ਜੀ। ਦੈਟਸ ਰਾਈਟ। ਹੁਣ ਤਾਂ ਜਿਹੜਾ ਆ BSF ਨੂੰ ਲਿਆ ਕੇ ਇਹਨਾਂ ਨੇ ਜਿਹੜਾ ਪੰਜਾਬ ਦਾ ਕਲਚਰ, ਪੰਜਾਬ ਦੀ ਬੋਲੀ, ਪੰਜਾਬ ਦਾ ਸੱਭਿਆਚਾਰ, ਸਭ ਕੁਝ ਉਹ ਖਤਮ ਕਰਨਾ ਚਾਹੁੰਦੇ। ਦੇ ਵਾਂਟ ਟੂ ਕੰਟਰੋਲ ਇਟ। ਬਿਲਕੁਲ ਠੀਕ ਹੈ। ਸਮਾਂ ਸਾਡਾ ਕਾਫੀ ਹੋ ਗਿਆ ਜੀ। ਬਹੁਤ ਇਹ ਤੋਂ ਸਵਾਲ ਹੋਰ ਵੀ ਸੀਗੇ, ਪਰ ਜਿਹੜੇ ਹੁਣ ਆਪਾਂ ਲੈ ਨਹੀਂ ਸਕਾਂਗੇ ਸਮੇਂ ਦੀ ਘਾਟ ਕਰਕੇ, ਕਿਉਂਕਿ ਮੈਂ ਵੈਸੇ ਜਾਣਨਾ ਚਾਹੁੰਦਾ ਸੀ ਢੀਂਡਸਾ ਸਾਹਿਬ ਕੋਲੋਂ ਕਿ ਜੇ BSF ਦਾ ਅਧਿਕਾਰ ਖੇਤਰ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਕਰ ਦਿੱਤਾ ਜਾਂਦਾ ਹੈ ਤੇ ਉਹਦਾ ਇਕਨੋਮੀ ਦਾ ਕੀ ਇਫੈਕਟ ਹੈ? ਕਿਉਂਕਿ ਕਹਿੰਦੇ ਆ ਕਿ ਜਿਹੜੇ ਟੈਕਸ ਵਗੈਰਾ ਨੇ ਉਹ ਤਾਂ ਸਟੇਟ ਗੌਰਮੈਂਟ ਨੇ ਕਰਾਉਣੇ ਨੇ, ਜਿਸ ਤਰ੍ਹਾਂ ਦਾ ਸਿਸਟਮ ਉਹ 'ਤੇ ਅਸਰ ਨਹੀਂ ਆ। ਸਿਰਫ ਕੁਝ ਪੁਲਿਸ ਦੀਆਂ ਤਾਕਤਾਂ ਸ਼ਾਇਦ ਦਿੱਤੀਆਂ ਗਈਆਂ ਨੇ, ਉਹਦਾ ਇਕਨੋਮੀ ਤੇ ਕੀ ਇਫੈਕਟ ਹੈ ਅਗਲੇ ਪ੍ਰੋਗਰਾਮਾਂ 'ਚ ਡਿਸਕਸ ਕਰ ਲਾਂਗੇ ਜੇ ਤੁਹਾਡੇ ਕੋਲ ਹੈ ਤਾਂ। ਤੇ ਫਿਰ ਆਪਾਂ ਉਹ ਜਾਣਕਾਰੀ ਜਿਹੜੀ ਆ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਉਹਦਾ ਪੰਜਾਬ ਦੇ ਉੱਤੇ ਹੋਰ ਕਿਹੜੇ ਮਾਰੂ ਅਸਰ ਪੈ ਸਕਦੇ। ਇਕੱਲੇ ਪੰਜਾਬ ਤੇ ਨਹੀਂ, ਪੂਰੇ ਭਾਰਤ ਤੇ। ਵੈਸਟ ਬੰਗਾਲ 'ਚ ਇਹਦੀ ਬੜੀ ਵਿਰੋਧਤਾ ਹੋ ਰਹੀ ਆ, ਔਰ ਨਾਲ ਦੀ ਨਾਲ ਜਿਹੜਾ ਸਾਡਾ ਸੰਵਿਧਾਨ ਆ ਉਹਦੀਆਂ ਬੇਸਿਕ ਜਿਹੜੀਆਂ ਪਰੰਪਰਾਵਾਂ ਨੇ ਉਹਦੇ ਅਨੁਕੂਲ ਨਹੀਂ ਹੈ ਜਿਹੜੇ ਫੈਸਲੇ ਨੇ। ਤੇ ਕਿਤੇ ਨਾ ਕਿਤੇ ਇਹਦੇ ਨਾਲ ਅਨਰੈਸਟ ਸੋਸਾਇਟੀ ਜਿਹੜੀ ਆ ਲਗਾਤਾਰ ਫੈਲ ਰਹੀ ਆ, ਜਿਹੜੀ ਕਿ ਦੇਸ਼ ਵਾਸਤੇ ਕਿਸੇ ਨਾ ਕਿਸੇ ਤਰੀਕੇ ਘਾਤਕ ਸਿੱਧ ਹੋ ਸਕਦੀ ਹੈ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਢੀਂਡਸਾ ਸਾਹਿਬ, ਬਹੁਤ ਵਧੀਆ ਤੁਸੀਂ ਵਿਚਾਰ ਆਪਣੇ ਦਿੱਤੇ, ਬਹੁਤ ਧੰਨਵਾਦ ਤੁਹਾਡਾ। ਨਿਰਪੱਖ ਅਤੇ ਬੇਬਾਕ ਚਰਚਾ ਜੋ ਤੁਹਾਡੀ ਅਤੇ ਸਾਡੀ ਸਭ ਦੀ